ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ। ਅੱਜ ਗੱਲ ਕਰਨ ਲੱਗਿਆ ਵੀਡੀਓ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਰੇ। ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਕਹੇ ਜਾਂਦੇ ਨੇ, ਮੁਖੀ ਕਹੇ ਜਾਂਦੇ ਨੇ, ਅਰਵਿੰਦ ਕੇਜਰੀਵਾਲ ਦੇ ਬਾਰੇ ਬਹੁਤ ਜ਼ਿਆਦਾ ਜਿਹੜੀਆਂ ਵੱਡੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਕਿ ਆਖਿਰ ਕੀ ਹੈਗੀ ਮਨਸ਼ਾ ਅਰਵਿੰਦ ਕੇਜਰੀਵਾਲ ਦੀ, ਕੀ ਉਹ ਸੋਚਦੇ ਨੇ ਤੇ ਕੀ ਉਹ ਕਰਦੇ ਨੇ। ਪੂਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ। ਤੇ ਜਿਸ ਆਧਾਰ ਤੇ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਉਹ ਇੱਕ ਕਿਤਾਬ ਦੇ ਆਧਾਰ ਤੇ ਆਪਾਂ ਇਸ ਵੀਡੀਓ ਵਿੱਚ ਗੱਲਬਾਤ ਕਰਨ ਲੱਗੇ ਹਾਂ, ਜੋ ਕਿਤਾਬ ਆਮ ਆਦਮੀ ਪਾਰਟੀ ਦੇ ਉੱਪਰ ਛਪੀ ਹੈ, ਕੇਜਰੀਵਾਲ ਦੇ ਨਾਮ ਉੱਪਰ ਛਪੀ, ਜਿਸ ਦਾ ਨਾਮ ਹੈ ਆਮ ਆਦਮੀ ਦੇ ਨਾਮ ਉੱਤੇ। ਅਤੇ ਇਸੇ ਕਿਤਾਬ ਤੋਂ ਇਲਾਵਾ ਇੱਕ ਆਪਾਂ ਵੱਖਰੇ ਤਰੀਕੇ ਨਾਲ ਇਸ ਦੇ ਵਿੱਚ ਪੰਜਾਬ ਦੇ ਜੋ 2017 ਦੇ ਇਲੈਕਸ਼ਨ ਸੀ ਉਹਨਾਂ ਨੂੰ ਲੈ ਕੇ ਇੱਥੇ ਗੱਲਬਾਤ ਕਰਾਂਗੇ। ਦੋਵਾਂ ਜਿਹੜੀਆਂ ਕਿਤਾਬ ਦੀਆਂ ਗੱਲਾਂ ਤੇ ਪੰਜਾਬ ਦੇ ਇਲੈਕਸ਼ਨ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸੀ ਲੋਕਾਂ ਦੇ, ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਸੱਚਾਈ ਕਿੰਨੀ ਕੁ ਹੈ। ਸੋ ਸਭ ਤੋਂ ਪਹਿਲਾਂ ਜਿਵੇਂ ਅਸੀਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ 2012 ਦੇ ਵਿੱਚ ਕਰੀਬ ਬਣੀ ਸੀ ਪਾਰਟੀ, ਦੇਸ਼ ਦੇ ਵਿੱਚ ਆਈ ਸੀ ਤੇ ਦਿੱਲੀ ਦੇ ਵਿੱਚ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਇਹ, ਤੇ ਦਿੱਲੀ ਦੇ ਵਿੱਚ ਇਹ ਪਾਰਟੀ ਬਣੀ ਤੇ ਲਗਾਤਾਰ ਅਰਵਿੰਦ ਕੇਜਰੀਵਾਲ ਹੁਣ ਤੀਸਰੀ ਵਾਰੀ ਮੁੱਖ ਮੰਤਰੀ ਬਣੇ ਹਨ। ਭਾਵੇਂ ਕਿ ਪਹਿਲਾਂ ਉਹ 49 ਦਿਨਾਂ ਦੀ ਸਰਕਾਰ ਕਾਂਗਰਸ ਨਾਲ ਮਿਲ ਕੇ ਚਲਾ ਸਕੇ ਸੀਗੇ। ਤਾਂ ਇਸ ਸੰਬੰਧੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਆਂ ਜਾਣਗੀਆਂ। ਸੋ 10 ਸਾਲਾਂ ਦਾ ਜਿੰਨਾ ਸਫ਼ਰ ਹੈ ਅਰਵਿੰਦ ਕੇਜਰੀਵਾਲ ਦਾ, ਸਾਰਾ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ। ਹੋ ਸਕਦਾ ਕਿ ਕੁਝ ਗੱਲਾਂ ਰਹਿ ਜਾਣ, ਤਾਂ ਜ਼ਰੂਰੀ ਹੈ ਕਿ ਤੁਸੀਂ ਉਹ ਕਿਤਾਬ ਇੱਕ ਵਾਰੀ ਜ਼ਰੂਰ ਪੜ੍ਹੋਗੇ, ਕਿਉਂਕਿ 150-200 ਪੰਨਿਆਂ ਦੀ ਜਿਹੜੀ ਕਿਤਾਬ ਹੈ ਇੱਕ ਵੀਡੀਓ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਤੇ ਉਸ ਦੀਆਂ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਨੇ ਉਹ ਅਸੀਂ ਤੁਹਾਡੇ ਸਾਹਮਣੇ ਇਸ ਵੀਡੀਓ ਵਿੱਚ ਰੱਖਾਂਗੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਅੰਨਾ ਹਜ਼ਾਰੇ ਦੇ ਅੰਦੋਲਨ 5 ਅਪ੍ਰੈਲ 2011 ਵਿੱਚ ਜਦੋਂ ਸ਼ੁਰੂ ਹੋਇਆ ਸੀਗਾ, ਕਰੀਬ ਉਸ ਟਾਈਮ ਤੋਂ ਅਰਵਿੰਦ ਕੇਜਰੀਵਾਲ ਅੰਨਾ ਹਜ਼ਾਰੇ ਨਾਲ ਜੁੜੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਤਿਵੇਂ ਕਰਦੇ ਇੱਕ ਆਮ ਆਦਮੀ ਪਾਰਟੀ ਦੇ ਨਾਮ ਉੱਪਰ ਪਾਰਟੀ ਬਣਾ ਲਈ, ਜਿਸ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਲੜਿਆ ਅਤੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਕੀਤੇ। ਇਹ ਕਿਤਾਬ ਵਿੱਚ ਕੇਵਲ ਅਰਵਿੰਦ ਕੇਜਰੀਵਾਲ ਦੀ ਬੁਰਾਈ ਨਹੀਂ ਕੀਤੀ ਗਈ, ਸਗੋਂ ਉਹਨਾਂ ਦੇ ਕੰਮ ਵੀ ਦਰਸਾਏ ਗਏ ਨੇ ਕਿ ਹਾਂ ਜਿਹੜੇ ਉਹਨਾਂ ਨੇ ਕੰਮ ਨੇ ਉਹ ਕਿੰਨੇ ਵਧੀਆ ਕੰਮ ਕੀਤੇ ਨੇ। ਤੇ ਨਾਲ ਹੀ ਜਦੋਂ ਕੇਂਦਰ ਸਰਕਾਰ ਵੱਲੋਂ ਉਹਨਾਂ ਦਾ ਜਿਹੜਾ ਕੰਮ ਸੀ ਉਹ ਖੋਇਆ ਗਿਆ ਕਿ ਮੁੱਖ ਮੰਤਰੀ ਦਿੱਲੀ ਦਾ ਕੁਝ ਨਹੀਂ ਹੋਵੇਗਾ, ਬਲਕਿ ਉੱਥੇ ਦਾ LG ਮੁੱਖ ਮੰਤਰੀ ਦੇ ਤੌਰ 'ਤੇ ਕੰਮ ਕਰੇਗਾ। ਤਾਂ ਅਜਿਹੀਆਂ ਗੱਲਾਂ ਵੀ ਕੇਜਰੀਵਾਲ ਦੇ ਪੱਖ ਵਿੱਚ ਇਸ ਵੀਡੀਓ ਵਿੱਚ ਕੀਤੀਆਂ ਗਈਆਂ ਨੇ। ਸੋ ਆਪਾਂ ਸਾਰੀਆਂ ਗੱਲਾਂ ਬਾਤਾਂ ਇਸ ਵੀਡੀਓ ਵਿੱਚ ਜਾਣਦੇ ਹਾਂ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਕਿਵੇਂ ਆਏ ਅਤੇ ਸੈਂਟਰ ਵਿੱਚ ਮੋਦੀ ਕਿਵੇਂ ਆਏ। ਸੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਬਹੁਤ ਸਾਰੇ ਜਿੰਨੇ ਵੀ ਲੋਕ ਨੇ, ਬੁੱਧੀਜੀਵੀ ਲੋਕ ਨੇ, ਉਹ ਅਰਵਿੰਦ ਕੇਜਰੀਵਾਲ ਅਤੇ ਮੋਦੀ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਮੰਨਦੇ ਹਨ। ਇਹ ਨਹੀਂ ਕਿ ਉਹ ਦੋਵਾਂ ਨੂੰ ਇੱਕੋ ਮੰਨਿਆ ਜਾਂਦਾ, ਬਲਕਿ ਇੱਕੋ ਸਿੱਕੇ ਦੇ ਦੋਏ ਪਹਿਲੂ ਮੰਨਿਆ ਜਾਂਦਾ ਹੈ, ਤਾਂ ਕਿ ਕੇਜਰੀਵਾਲ ਵੀ ਉਸੇ ਨੀਤੀ 'ਤੇ ਚੱਲ ਰਹੇ ਹਨ ਅਤੇ ਨਰਿੰਦਰ ਮੋਦੀ ਵੀ ਉਸੇ ਨੀਤੀ 'ਤੇ ਚੱਲ ਰਹੇ ਹਨ, ਜਿਸ ਨੂੰ ਜੋ ਕਿ ਤੁਹਾਨੂੰ ਅੱਗੇ ਵੀਡੀਓ ਵਿੱਚ ਸਾਫ਼ ਹੋ ਜਾਵੇਗਾ। ਸੋ ਆਪਾਂ ਗੱਲ ਕਰ ਲਈਏ ਕਿ 2014 ਦੇ ਵਿੱਚ ਕਰੀਬ ਇੱਕ ਨਾਅਰਾ ਦਿੱਤਾ ਗਿਆ ਸੀਗਾ ਕਿ ਦਿੱਲੀ ਫੋਰ CM ਕੇਜਰੀਵਾਲ ਅਤੇ ਸੈਂਟਰ ਫੋਰ PM ਮੋਦੀ। ਸੋ ਵੀ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਉਹ ਅਰਵਿੰਦ ਕੇਜਰੀਵਾਲ ਹੋਣਾ ਚਾਹੀਦਾ ਹੈ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਹੋਣਾ ਚਾਹੀਦਾ ਹੈ। ਇਹ ਨਾਅਰਾ ਕਿਸ ਵੱਲੋਂ ਦਿੱਤਾ ਗਿਆ ਹੋਇਆ ਹੈ, ਜੇਕਰ ਤੁਸੀਂ ਜਾਣਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ, ਜੇਕਰ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਨਾਅਰਾ 2014 ਵਿੱਚ ਆਮ ਆਦਮੀ ਪਾਰਟੀ ਦੀ ਵੈਬਸਾਈਟ ਤੋਂ ਦਿੱਤਾ ਗਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਦਿੱਲੀ ਫੋਰ CM ਕੇਜਰੀਵਾਲ ਤੇ ਸੈਂਟਰ ਯਾਨੀ ਕਿ ਇੰਡੀਆ ਫੋਰ PM ਮੋਦੀ। ਸੋ ਇਹ ਨਾਅਰਾ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ, ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ, ਤਾਂ ਇਸ ਨਾਅਰੇ ਨੂੰ ਬਾਅਦ ਦੇ ਵਿੱਚ ਉੱਥੋਂ ਸੋਸ਼ਲ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਸੀਗਾ। ਖੁਦ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਵੈਬਸਾਈਟ ਸੀ ਜਿੱਥੇ ਇਹ ਨਾਅਰਾ ਦਿੱਤਾ ਗਿਆ ਸੀ। ਜੇਕਰ ਅੱਜ ਦੀ ਗੱਲ ਕਰ ਲਈਏ ਤਾਂ 5 ਸਾਲ ਪਹਿਲਾਂ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਸੀ ਕਿ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਦੀ ਨੀਤੀ ਦੇ ਉੱਪਰ ਚੱਲ ਰਹੇ ਹਨ। ਇਹ ਦੋਏ ਇੱਕੇ ਸਿੱਕੇ ਦੇ ਦੋਏ ਜਿਹੜੇ ਪਹਿਲੂ ਹਨ। ਬਹੁਤ ਸਾਰੇ ਲੋਕ ਪਹਿਲਾਂ ਸ਼ੁਰੂ ਦੇ ਵਿੱਚ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਸੀ, ਪਰ ਅੱਜ ਦਿੱਲੀ ਦੇ ਬਹੁਤ ਸਾਰੇ ਲੋਕਾਂ ਨੂੰ, ਅੱਜ ਪੜ੍ਹੇ ਲਿਖੇ ਵਰਗ ਨੂੰ ਇਹ ਮੰਨਣ ਲਈ ਮਜਬੂਰ ਹੋਣਾ ਪੈ ਗਿਆ ਕਿ ਹਾਂ ਜਿਹੜੀਆਂ ਇਹ ਗੱਲਾਂ ਨੇ ਉਹ ਬਿਲਕੁਲ ਸੱਚੀਆਂ ਹਨ। ਸੋ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਅਰਵਿੰਦ ਕੇਜਰੀਵਾਲ ਦੇ ਸਾਥੀ ਰਹੇ,
ਸਾਰੇ ਦੇ ਸਾਰੇ ਹੀ ਹੌਲੀ ਹੌਲੀ ਉਹਨਾਂ ਨੂੰ ਛੱਡ ਕੇ ਚਲੇ ਗਏ। ਇਸ ਦਾ ਕੀ ਕਾਰਨ ਬਣਿਆ ਕਿ ਹੌਲੀ ਹੌਲੀ ਉਹ ਉਹਨਾਂ ਨੂੰ ਛੱਡ ਕੇ ਚਲੇ ਗਏ, ਤੁਸੀਂ ਇਸ ਕਿਤਾਬ ਵਿੱਚ ਜਾਣ ਸਕਦੇ ਹੋ। ਤੇ ਕਿਵੇਂ ਅਰਵਿੰਦ ਕੇਜਰੀਵਾਲ ਨੇ ਹੌਲੀ ਹੌਲੀ ਆਪਣੇ ਸਾਥੀਆਂ ਨੂੰ ਦੂਰ ਕਰ ਦਿੱਤਾ, ਕੀ ਨੀਤੀ ਰਹੀ ਸੀ ਅਰਵਿੰਦ ਕੇਜਰੀਵਾਲ ਦੀ। ਤੇ ਜਿਹੜੇ ਜਿੰਨੇ ਵੀ ਸ਼ੁਰੂ ਦੇ ਵਿੱਚ ਅੰਦੋਲਨ ਤੋਂ ਸ਼ੁਰੂ ਦੇ ਵਿੱਚ ਉਹਨਾਂ ਦੇ ਸਾਥੀ ਰਹੇ, ਜਿਨ੍ਹਾਂ ਨੇ ਪਾਰਟੀ ਬਣਾਉਣ ਵਿੱਚ ਮਦਦ ਕੀਤੀ, ਪਾਰਟੀ ਨੂੰ ਖੜਾ ਕਰਨ ਦੇ ਵਿੱਚ ਮਦਦ ਕੀਤੀ, ਆਖਿਰਕਾਰ ਉਹ ਕਿਉਂ ਹੌਲੀ ਹੌਲੀ ਅਰਵਿੰਦ ਕੇਜਰੀਵਾਲ ਤੋਂ ਦੂਰ ਹੁੰਦੇ ਗਏ ਅਤੇ ਕਿਵੇਂ ਅਰਵਿੰਦ ਕੇਜਰੀਵਾਲ ਇਕੱਲੇ ਹੀ ਰਹਿ ਗਏ। ਇੱਕ ਸਿੱਕੇ ਦੇ ਦੋ ਪਹਿਲੂ ਕਿਉਂ ਕਿਹਾ ਜਾਂਦਾ ਹੈਗਾ, ਕਿਉਂਕਿ ਸਮਾਜਿਕ, ਰਾਜਨੀਤਿਕ ਅਤੇ ਹੋਰ ਬਹੁਤ ਸਾਰੇ ਕਾਰਨ ਨੇ ਜਿਹੜੇ ਅਰਵਿੰਦ ਕੇਜਰੀਵਾਲ ਅਤੇ ਨਰਿੰਦਰ ਮੋਦੀ ਨੂੰ ਆਪਸ ਦੇ ਵਿੱਚ ਜੋੜਦੇ ਹਨ। ਅਤੇ ਆਖਿਰਕਾਰ ਜਦੋਂ PM ਫੋਰ ਸੈਂਟਰ ਅਤੇ ਦਿੱਲੀ ਦੇ ਵਿੱਚ CM ਫੋਰ ਕੇਜਰੀਵਾਲ ਦਾ ਨਾਅਰਾ ਦਿੱਤਾ ਗਿਆ ਸੀ, ਤਾਂ ਉਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ ਅਤੇ ਸੈਂਟਰ ਦੇ ਵਿੱਚ PM ਮੋਦੀ ਕੁਰਸੀ ਦੇ ਉੱਪਰ ਬੈਠੇ ਸਨ। ਇਸ ਵੀਡੀਓ ਦੇ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ, ਉੜੀਸਾ, ਮਹਾਰਾਸ਼ਟਰ, ਬਿਹਾਰ, ਉੱਤਰਾਖੰਡ ਅਤੇ ਪੰਜਾਬ 2017 ਦੀਆਂ ਚੋਣਾਂ ਬਾਰੇ ਵਿਸਤਾਰਪੂਰਵਕ ਕਿਤਾਬ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਉਸ ਸਮੇਂ ਦੀਆਂ ਜਿਹੜੀਆਂ ਚੋਣਾਂ ਸੀ ਉਹ ਹੋਈਆਂ ਤੇ ਕਿਸ ਤਰ੍ਹਾਂ ਜਿਹੜੀਆਂ ਉਹ ਚੋਣਾਂ ਆਮ ਆਦਮੀ ਪਾਰਟੀ ਹਾਰੀ ਅਤੇ ਕੀ ਵੱਡੇ ਕਾਰਨ ਰਹੇ। ਕੀ ਮੁੱਖ ਕਾਰਨ ਸੀ ਕਿ ਉਹਨਾਂ ਰਾਜਾਂ ਦੇ ਵਿੱਚ ਜਿਹੜੇ ਵਿਅਕਤੀ ਅੱਗੇ ਲੱਗੇ ਹੋਏ ਸੀਗੇ ਉਹਨਾਂ ਨੂੰ ਪਿੱਛੇ ਹੋਣਾ ਪਿਆ ਅਤੇ ਜਿਹੜੇ ਲੋਕ ਉਹਨਾਂ ਦੇ ਵਰਕਰ ਸੀਗੇ ਕਿਵੇਂ ਕੇਜਰੀਵਾਲ ਨੇ ਉਹਨਾਂ ਨੂੰ ਭਜਾਇਆ ਤੇ ਕਿਵੇਂ ਆਪਣੇ ਤੋਂ ਦੂਰ ਕਰ ਦਿੱਤਾ। ਸਾਰੀਆਂ ਗੱਲਾਂ ਇਹਨਾਂ ਰਾਜਾਂ ਦੀਆਂ ਇੱਥੇ ਕਿਤਾਬ ਦੇ ਵਿੱਚ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਅੱਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। 2014 ਤੋਂ 2020 ਦੀਆਂ ਲੋਕ ਸਭਾ ਚੋਣਾਂ ਬਾਰੇ ਵੀ ਦੱਸਿਆ ਗਿਆ ਹੈ। 2015 ਤੇ 2020 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਇੱਥੇ ਦੱਸਿਆ ਗਿਆ ਹੈ। ਜੇਕਰ ਆਪਾਂ ਦਿੱਲੀ ਮਾਡਲ ਦੀ ਗੱਲ ਕਰ ਲਈਏ ਤਾਂ ਦਿੱਲੀ ਮਾਡਲ ਕੀ ਹੈ। ਹਾਲੇ ਅਰਵਿੰਦ ਕੇਜਰੀਵਾਲ ਨੇ ਕਰੀਬ 2000 ਦੇ ਵਿੱਚ ਜਿਹੜਾ ਇਹ ਦਿੱਲੀ ਦਾ ਮਾਡਲ ਦਾ ਸੁਪਨਾ ਸੀ ਉਹ ਦੇਖਿਆ ਸੀ। ਉਹਨਾਂ ਨੇ ਹੌਲੀ ਹੌਲੀ ਇਹ ਮਾਡਲ ਬਣਾਉਣਾ ਸ਼ੁਰੂ ਕੀਤਾ। ਉਹਨਾਂ ਨੂੰ ਕਰੀਬ 6 ਸਾਲ ਲੱਗ ਗਏ ਸੀਗੇ ਰਾਜਨੀਤੀ ਦੇ ਵਿੱਚ ਕਦਮ ਧਰਨ ਦੇ ਵੱਲ ਕਿ ਉਹ ਰਾਜਨੀਤੀ ਦੇ ਵਿੱਚ ਜਾ ਰਹੇ ਹਨ। ਹੌਲੀ ਹੌਲੀ ਲੋਕਾਂ ਦੇ ਵਿੱਚ ਉਹਨਾਂ ਨੇ ਵਿਚਰਨਾ ਜਿਹੜਾ ਸ਼ੁਰੂ ਕੀਤਾ ਸੀ। ਕਿਵੇਂ ਉਹ ਲੋਕਾਂ ਦੇ ਵਿੱਚ ਜਾਂਦੇ ਤੇ ਕਿਵੇਂ ਉਹਨਾਂ ਨੇ ਕਰੀਬ 2 ਸਾਲ ਦੀ ਜਿਹੜੀ ਛੁੱਟੀ ਲੈ ਕੇ ਇੱਕ ਮੁਹਿੰਮ ਚਲਾਈ ਸੀ, ਜਿਸ ਦੇ ਆਧਾਰ 'ਤੇ ਉਹ ਜਿਹੜੀਆਂ ਸੂਚਨਾਵਾਂ ਸੀ ਉਹ ਸੂਚਨਾ ਅਧਿਕਾਰ ਐਕਟ ਦੇ ਤਹਿਤ ਸੂਚਨਾਵਾਂ ਪ੍ਰਾਪਤ ਕਰਦੇ ਅਤੇ ਲੋਕਾਂ ਦੇ ਅੱਗੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਰੱਖਦੇ, ਲੋਕਾਂ ਦੇ ਅੱਗੇ ਕਰਪਸ਼ਨ ਦੀਆਂ ਗੱਲਾਂ ਰੱਖਦੇ ਕਿ ਕਿੰਨਾ ਕਰਪਸ਼ਨ ਹੋ ਰਿਹਾ ਹੈ, ਕੀ ਕੁਝ ਹੋ ਰਿਹਾ ਹੈ। ਲੋਕਾਂ ਤੱਕ ਅਰਵਿੰਦ ਕੇਜਰੀਵਾਲ ਪਹੁੰਚ ਕਰਦੇ ਤਾਂ ਹੌਲੀ ਹੌਲੀ ਉਹਨਾਂ ਨਾਲ ਲੋਕ ਜੁੜਦੇ। ਸੋ ਉਸੇ ਤਰ੍ਹਾਂ ਸਭ ਤੋਂ ਪਹਿਲਾਂ ਜਿਵੇਂ ਦਿੱਲੀ ਮਾਡਲ ਦੀ ਗੱਲ ਅਰਵਿੰਦ ਕੇਜਰੀਵਾਲ ਨਾਲ ਨੇ ਕੀਤੀ, ਤਾਂ ਉਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਤੁਸੀਂ ਯਾਦ ਹੋਣਾ ਤੁਹਾਡੇ ਕਿ ਕਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਗੁਜਰਾਤ ਮਾਡਲ ਦੀ ਗੱਲ ਕੀਤੀ ਸੀ, ਜਿਸ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਫੇਮਸ ਹੋਏ ਸੀ ਕਿ ਗੁਜਰਾਤ ਮਾਡਲ ਪਤਾ ਨਹੀਂ ਕੀ ਹੈ ਤੇ ਦੇਸ਼ ਦਾ ਪਤਾ ਨਹੀਂ ਕਿੰਨਾ ਕੁ ਸੁਧਾਰ ਹੋ ਜਾਵੇਗਾ, ਜਿਸ ਕਰਕੇ ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣਿਆ ਸੀ ਅਤੇ ਉਸ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਉਹਨਾਂ ਨੂੰ ਬਿਠਾ ਦਿੱਤਾ ਸੀ ਗੁਜਰਾਤ ਮਾਡਲ ਦੇ ਕਾਰਨ। ਪਰ ਅੱਜ ਜਿਹੜਾ ਗੁਜਰਾਤ ਮਾਡਲ ਹੈ ਉਹ ਪੂਰੀ ਤਰ੍ਹਾਂ ਫਿੱਕਾ ਪੈ ਚੁੱਕਿਆ ਹੈ, ਕਿਸੇ ਕੰਮ ਦਾ ਗੁਜਰਾਤ ਮਾਡਲ ਨਹੀਂ ਰਿਹਾ। ਇਸੇ ਤਰ੍ਹਾਂ ਦਿੱਲੀ ਮਾਡਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਲੋਕਾਂ ਵਿੱਚ ਆਉਂਦੇ ਨੇ ਅਤੇ ਦਿੱਲੀ ਦੇ ਲੋਕਾਂ ਨੂੰ ਵੱਖੋ ਵੱਖਰੇ ਜਿਹੜੇ ਸੁਪਨੇ ਨੇ ਉਹ ਦਿਖਾਉਂਦੇ ਨੇ ਅਤੇ ਦਿੱਲੀ ਦੀ ਜਨਤਾ ਵੀ ਇੱਕ ਬਦਲਾਅ ਦੇ ਤੌਰ 'ਤੇ ਉਹਨਾਂ ਨੂੰ ਵੋਟ ਪਾਉਂਦੀ ਹੈ ਅਤੇ ਉਹਨਾਂ ਨੂੰ CM ਬਣਾ ਦਿੰਦੀ ਹੈ ਦਿੱਲੀ ਦਾ। ਸੋ ਅੱਗੇ ਦੇਖਿਆ ਜਾਵੇ ਤਾਂ ਹੁਣ ਜਿਹੜਾ ਦਿੱਲੀ ਮਾਡਲ ਹੈ ਉਸ ਦੇ ਵਿੱਚ ਕੋਈ ਇੰਨੀ ਜ਼ਿਆਦਾ ਲੋਕਾਂ ਦੀ ਜਿਹੜੀ ਰੁਚੀ ਆ ਉਹ ਘਟਦੀ ਜਾ ਰਹੀ ਹੈ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਦਿੱਲੀ ਦਾ ਮਾਡਲ ਹੈ ਉਹ ਪ੍ਰਸਿੱਧ ਨਹੀਂ ਹੋ ਚੁੱਕਿਆ, ਕਿਉਂਕਿ ਕਾਫੀ ਜ਼ਿਆਦਾ ਜਿਹੜੇ ਰਾਜ ਨੇ ਉੱਥੋਂ ਦੀਆਂ ਚੋਣਾਂ ਅਰਵਿੰਦ ਕੇਜਰੀਵਾਲ ਹਾਰ ਚੁੱਕੇ ਸੀਗੇ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਰਾਜ ਆਉਂਦੇ ਸੀ ਜਿੱਥੇ ਕਿ ਚੋਣਾਂ ਦੇ ਵਿੱਚ ਵੱਡੀ ਹਾਰ ਆਮ ਆਦਮੀ ਪਾਰਟੀ ਦੀ ਹੋਈ ਸੀ, ਕਿਉਂਕਿ ਦਿੱਲੀ ਦੇ ਚਸ਼ਮੇ ਦੇ ਨਾਲ ਦੇਸ਼ ਦੇ ਦੂਜੇ ਰਾਜਾਂ ਨੂੰ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਹਰ ਇੱਕ ਰਾਜ ਦੀ ਆਪਣੀ ਅਲੱਗ-ਅਲੱਗ ਨੀਤੀ ਹੁੰਦੀ ਹੈ, ਆਪਣੀ ਅਲੱਗ-ਅਲੱਗ ਜਿਹੜੀ ਰਾਜਨੀਤੀ ਦੇ ਤੌਰ 'ਤੇ ਉਹ ਰਾਜ ਜਾਣਿਆ ਜਾਂਦਾ ਹੈ। ਸੋ ਵੱਖੋ ਵੱਖਰੇ ਜਿਹੜੇ ਕੰਮ ਹੁੰਦੇ ਨੇ ਰਾਜਾਂ ਦੇ ਵਿੱਚ ਉਹ ਦਿੱਲੀ ਦੇ ਤੌਰ 'ਤੇ ਨਹੀਂ ਦੇਖੇ ਜਾ ਸਕਦੇ। ਨਵੰਬਰ 2016 ਦੀ ਗੱਲ ਕਰ ਲਈਏ ਤਾਂ ਅਰਵਿੰਦ ਕੇਜਰੀਵਾਲ ਦੇ
ਬਹੁਤ ਸਾਰੇ ਜਿਹੜੇ ਮੰਤਰੀ ਸੀਗੇ ਉਹ 2016 ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ। ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਡੱਕ ਦਿੱਤਾ ਗਿਆ ਸੀ ਅਤੇ ਉਸੇ ਸਮੇਂ ਜਿਹੜੇ ਇਲੈਕਸ਼ਨ ਸੀਗੇ ਉਹ ਵੀ ਨਜ਼ਦੀਕ ਆ ਰਹੇ ਸੀਗੇ। ਤਾਂ ਇਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜਿਹੜੀ ਘਬਰਾਹਟ ਸੀ ਉਹ ਦੇਖਣ ਨੂੰ ਮਿਲੀ ਸੀ। ਕਿਤਾਬ ਦੇ ਵਿੱਚ ਜਿਹੜੇ ਕੇਜਰੀਵਾਲ ਦੇ ਵੱਖ-ਵੱਖ ਚੈਨਲਾਂ ਨੂੰ ਦਿੱਤੇ ਗਏ ਇੰਟਰਵਿਊ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਕਿਵੇਂ ਆਪਣੇ ਇੰਟਰਵਿਊਆਂ ਦੇ ਵਿੱਚ ਕੇਜਰੀਵਾਲ ਨੂੰ ਜਿਹੜੇ ਸਵਾਲ ਪੁੱਛੇ ਜਾਂਦੇ ਸੀ ਉਹ ਉਹਨਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਸੀ, ਕਿੰਨੇ ਜਿਹੜੇ ਤਿੱਖੇ ਸਵਾਲ ਉਹਨਾਂ ਨੂੰ ਪੁੱਛੇ ਜਾਂਦੇ ਸੀ ਉਹਨਾਂ ਦੇ ਜਵਾਬਾਂ ਤੋਂ ਉਹ ਕਿਵੇਂ ਬਚਦੇ ਸੀ, ਕਿਵੇਂ ਇੱਕ ਤਰ੍ਹਾਂ ਚੁੱਪੀ ਧਾਰ ਕੇ ਉਹ ਉਸ ਸਮੇਂ ਬੈਠ ਜਾਂਦੇ ਸੀ। ਜਾਂ ਫਿਰ ਪਾਰਟੀ ਦੀਆਂ ਜਦੋਂ ਕੋਈ ਮੀਟਿੰਗਾਂ ਹੁੰਦੀਆਂ ਤਾਂ ਜਦੋਂ ਕੋਈ ਆਮ ਵਰਕਰ ਜਾਂ ਫਿਰ ਉਹਨਾਂ ਦਾ ਸਾਥੀ ਕੇਜਰੀਵਾਲ ਨੂੰ ਸਵਾਲ ਪੁੱਛਦਾ ਤਾਂ ਉਹ ਕਿਸ ਤਰ੍ਹਾਂ ਚੁੱਪਚਾਪ ਉੱਥੇ ਬੈਠੇ ਰਹਿੰਦੇ ਅਤੇ ਕੋਈ ਜਵਾਬ ਨਾ ਦਿੰਦੇ ਸੀ। ਸੋ ਉਹਨਾਂ ਦਾ ਜਿਹੜਾ ਮੁਖੜ ਮੂੰਹ ਸੀਗਾ ਉਸ ਦੇ ਉੱਪਰ ਹੈਰਾਨੀ ਅਤੇ ਪਰੇਸ਼ਾਨੀ ਅਕਸਰ ਮੀਟਿੰਗਾਂ ਦੇ ਵਿੱਚ ਦੇਖੀ ਜਾ ਸਕਦੀ ਸੀ। ਗੱਲ ਕਰ ਲਈਏ ਤਾਂ ਇੱਥੇ ਇਹ ਮੰਨਿਆ ਜਾਂਦਾ ਹੈ ਕਿ ਇੱਕ ਵਿਅਕਤੀ ਖੁਦ ਜੋ ਇੱਕ ਪਾਰਟੀ ਹੈ ਆਪਣੇ ਆਪ ਨੂੰ ਪੂਰੀ ਪਾਰਟੀ ਮੰਨਦਾ ਹੈ। ਉਹ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਇਲਾਵਾ ਪਾਰਟੀ ਦੇ ਵਿੱਚ ਕਿਸੇ ਦਾ ਕੋਈ ਕੱਦ ਹੈ ਜੋ ਉੱਚਾ ਨਾ ਹੋਵੇ, ਬਲਕਿ ਸਾਰੇ ਉਸ ਤੋਂ ਨੀਵੇਂ ਹੋਣ ਅਤੇ ਸਾਰੇ ਉਸ ਦੀ ਗੱਲ ਸੁਣਨ। ਅਜਿਹੇ ਤੌਰ 'ਤੇ ਕੇਜਰੀਵਾਲ ਖੁਦ ਆਪਣੇ ਆਪ ਨੂੰ ਇੱਕ ਪਾਰਟੀ ਮੰਨਦੇ ਹਨ। ਤਾਂ ਜੇਕਰ ਆਪਾਂ ਕਹਿ ਲਈਏ ਕਿ ਜਿਵੇਂ ਕਾਂਗਰਸ ਪਾਰਟੀ ਦਾ ਆਪਣਾ ਜਿਹੜਾ ਝੰਡਾ ਹੈਗਾ ਉਹ ਹੈ ਅੱਡ ਤੋਂ ਹੈ, ਜਿਵੇਂ ਤਿਰੰਗੇ ਦੇ ਵਿੱਚ ਪੰਜੇ ਦਾ ਨਿਸ਼ਾਨ ਦਿੱਤਾ ਹੋਇਆ ਹੈ, ਤਾਂ ਜਿਵੇਂ ਦੂਜੇ ਪਾਸੇ ਬੀਜੇਪੀ ਦਾ ਜਿਹੜਾ ਆਪਣਾ ਝੰਡਾ ਹੈ ਤਾਂ ਉਸ ਦੇ ਵਿੱਚ ਕਮਲ ਦਾ ਫੁੱਲ ਦਿੱਤਾ ਗਿਆ ਹੈ। ਤਾਂ ਇੱਧਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਪਾਂ ਤਾਂ ਜਿਹੜਾ ਆਮ ਆਦਮੀ ਪਾਰਟੀ ਦਾ ਝੰਡਾ ਹੁੰਦਾ ਹੈ ਉਸ ਦੇ ਉੱਪਰ ਕੇਵਲ ਕੇਜਰੀਵਾਲ ਦੀ ਤਸਵੀਰ ਹੀ ਨਜ਼ਰ ਆਉਂਦੀ ਹੈ। ਚਾਹੇ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਵੀ ਉੱਥੇ ਕੇਜਰੀਵਾਲ ਦੀ ਤਸਵੀਰ ਨਜ਼ਰ ਆਉਂਦੀ ਹੈ। ਸੋ 1 ਨਵੰਬਰ 2000 ਨੂੰ ਜਿਹੜੇ ਕੇਜਰੀਵਾਲ ਸੀ ਉਹ 2 ਸਾਲ ਦੀ ਆਪਣੀ ਡਿਊਟੀ ਤੋਂ ਛੁੱਟੀ 'ਤੇ ਗਏ ਸੀਗੇ। ਤਾਂ 1999 ਤੇ 2000 ਦੇ ਕਰੀਬ ਉਹਨਾਂ ਨੇ ਜਿਹੜੀ ਆਪਣੀ ਸਿਆਸੀ ਜ਼ਮੀਨ ਸੀ ਉਹ ਸ਼ੁਰੂ ਕਰ ਦਿੱਤੀ ਸੀ ਤਲਾਸ਼ਣੀ ਕਿ ਕਿਵੇਂ ਉਹ ਸਿਆਸਤ ਦੇ ਵਿੱਚ ਆਉਣ। ਫਿਰ ਸੂਚਨਾ ਅਧਿਕਾਰ ਲਈ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਦੇ ਸਾਥੀ ਰਹੇ ਸੀਗੇ ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ, ਮੇਧਾ ਪਾਟੇਕਰ, ਕਿਰਨ ਬੇਦੀ, ਕੈਪਟਨ ਗੋਪੀਨਾਥ ਅਤੇ ਸਨਿਆਲ, ਐਡਮਿਰਲ ਰਾਮਦਾਸ, ਲਲਿਤਾ ਰਾਮਦਾਸ, ਸ਼ਾਂਤੀ ਭੂਸ਼ਣ। 2013-14 ਦੇ ਵਿੱਚ ਇਹ ਉਸ ਸਮੇਂ ਤੱਕ ਅਰਵਿੰਦ ਕੇਜਰੀਵਾਲ ਦੇ ਨਾਲ ਇਕੱਠੇ ਰਹੇ। ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰ ਆਪਾਂ ਦੇਖੀਏ ਕਿ ਬਨਾਰਸ ਦੇ ਵਿੱਚ ਜਦੋਂ ਕੇਜਰੀਵਾਲ ਵਰਸਸ ਮੋਦੀ ਹੋਈ ਸੀ ਤਾਂ ਕੇਜਰੀਵਾਲ ਮੋਦੀ ਦੇ ਖਿਲਾਫ ਇਲੈਕਸ਼ਨ ਲੜਨ ਦੇ ਲਈ ਬਨਾਰਸ ਦੇ ਵਿੱਚ ਗਏ ਸੀ। ਤਾਂ ਕਰੀਬ ਉਹਨਾਂ ਨੂੰ ਉੱਥੇ 3 ਲੱਖ ਵੋਟਾਂ ਮਿਲੀਆਂ ਸੀ, ਪਰ ਕੇਜਰੀਵਾਲ ਇਹ ਇਲੈਕਸ਼ਨ ਬੁਰੀ ਤਰ੍ਹਾਂ ਹਾਰ ਗਏ ਸੀ। ਬਨਾਰਸ ਦੇ ਵਿੱਚ ਉਸ ਤੋਂ ਬਾਅਦ ਉਹ ਕਦੇ ਦੁਬਾਰਾ ਨਹੀਂ ਗਏ। ਇੱਕ ਸ਼ਹਿਰ ਦੇ ਵਿੱਚ ਲਗਭਗ ਜਦੋਂ ਇੱਕ ਚੋਣ ਰੈਲੀ ਕੀਤੀ ਗਈ ਸੀ ਤਾਂ 20,000 ਦੇ ਕਰੀਬ ਲੋਕਾਂ ਦਾ ਉੱਥੇ ਭਾਰੀ ਇਕੱਠ ਠਾਠਾਂ ਮਾਰ ਰਿਹਾ ਸੀ। ਇੱਕ ਪ੍ਰਧਾਨ ਮੰਤਰੀ ਦੇ ਇਲਾਕੇ ਦੇ ਵਿੱਚ ਇੰਨੀ ਵੱਡੀ ਰੈਲੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਫਿਰ ਵੀ ਬਨਾਰਸ ਦੇ ਲੋਕਾਂ ਨੇ ਕੇਜਰੀਵਾਲ ਨੂੰ ਸਰਾਖਾਂ 'ਤੇ ਬਿਠਾਇਆ ਅਤੇ ਇੰਨੀ ਜ਼ਿਆਦਾ ਮਾਨ ਇੱਜ਼ਤ ਜਿਹੜੀ ਬਖਸ਼ੀ। ਪਰ ਹਾਰਨ ਤੋਂ ਬਾਅਦ ਕੇਜਰੀਵਾਲ ਕਦੇ ਵੀ ਬਨਾਰਸ ਦੇ ਵਿੱਚ ਦੁਬਾਰਾ ਨਹੀਂ ਗਏ। ਕੇਜਰੀਵਾਲ ਦੀ ਇਹ ਨੀਤੀ ਹੈ ਕਿ ਉਹ ਕਦੇ ਪਿੱਛੇ ਮੁੜ ਕੇ ਨਹੀਂ ਦੇਖਦੇ ਬਲਕਿ ਅੱਗੇ ਵੱਲ ਨੂੰ ਚੱਲਦੇ ਰਹਿੰਦੇ ਹਨ, ਭਾਵੇਂ ਕਿ ਪਿੱਛੇ ਉਹਨਾਂ ਦੇ ਕਿੰਨੇ ਵੀ ਯਾਰ ਦੋਸਤ ਰਹਿ ਗਏ ਹੋਣ ਜੋ ਪਾਰਟੀ ਤੋਂ ਫਿਲਹਾਲ ਦੂਰ ਹੋ ਗਏ। ਅਤੇ ਗੱਲ ਕਰ ਲਈਏ ਤਾਂ ਕੇਜਰੀਵਾਲ 2013 ਤੇ 15 ਤੱਕ ਬਹੁਤ ਸਾਰੀਆਂ ਕੇਜਰੀਵਾਲ 'ਤੇ ਕਿਤਾਬਾਂ ਲਿਖੀਆਂ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਚੰਗਿਆਈ ਵੀ ਦੱਸੀ ਗਈ, ਉਹਨਾਂ ਦੀ ਬੁਰਾਈ ਵੀ ਦੱਸੀ ਗਈ। ਵੱਖ-ਵੱਖ ਤਰੀਕਿਆਂ ਦੇ ਨਾਲ ਕੇਜਰੀਵਾਲ ਨੂੰ ਸਰਾਹਿਆ ਗਿਆ, ਮਾੜਾ ਕਿਹਾ ਗਿਆ। ਪਰ ਜਿਸ ਕਿਤਾਬ ਦੇ ਆਧਾਰ 'ਤੇ ਆਪਾਂ ਇਹ ਗੱਲਾਂ ਕਰ ਰਹੇ ਹਾਂ ਉਹ ਬਿਲਕੁਲ ਹੀ ਸਾਫ਼ ਅਕਸ਼ ਦੇ ਨਾਲ ਲੋਕਾਂ ਦੇ ਨਾਲ ਗੱਲ ਕਰਕੇ ਇਹ ਕਿਤਾਬ ਲਿਖੀ ਗਈ ਹੈ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ। ਸੋ ਨਾਲ ਹੀ ਵਿਅਕਤੀਆਂ ਦਾ ਜਿਹੜਾ ਨਾਮ ਹੈ ਉਹ ਦੱਸਿਆ ਗਿਆ ਹੈ ਕਿ ਕਦੋਂ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ, ਕਿਹੜੇ ਸੰਨ ਦੇ ਵਿੱਚ ਪਾਰਟੀ ਦੇ ਲਈ ਉਹਨਾਂ ਨੇ ਕੰਮ ਕੀਤਾ ਤੇ ਕੀ ਕੰਮ ਕੀਤਾ, ਕਿਵੇਂ ਉਹ ਪਾਰਟੀ ਨੂੰ ਛੱਡ ਕੇ ਗਏ, ਕਿਵੇਂ ਉਹਨਾਂ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਹੋਈਆਂ, ਕਿਵੇਂ ਕੇਜਰੀਵਾਲ ਚੁੱਪ ਰਹਿੰਦੇ ਰਹੇ ਅਤੇ ਕੀ ਗੱਲਾਂ ਜਿਹੜੀਆਂ ਪਾਰਟੀ ਦੀਆਂ ਮੀਟਿੰਗਾਂ ਵਿੱਚ ਹੁੰਦੀਆਂ ਰਹੀਆਂ। ਸੋ ਇੱਕ ਵਾਰ ਬਨਾਰਸ ਦੇ ਵਿੱਚ ਜਦੋਂ ਕੁਮਾਰ ਵਿਸ਼ਵਾਸ ਨੇ ਕਿਹਾ ਸੀ ਕਿ ਸਾਡੇ ਉੱਪਰ ਜਿਹੜੀ ਸਾਈ ਹੈ ਉਹ ਸੁੱਟੀ ਗਈ ਕਿਉਂਕਿ ਅਸੀਂ ਵੋਟਾਂ ਮੰਗਣ ਦੇ ਲਈ ਆਏ ਹਾਂ, ਤਾਂ ਮਗਰ ਬੈਨਰ ਦੇ ਉੱਪਰ ਮਦਨ ਮੋਹਨ ਮਾਲਵੀਆ ਦੀ ਜੋ ਤਸਵੀਰ ਲੱਗੀ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੈਸਾ ਮੰਗਣ ਹੈਦਰਾਬਾਦ ਮਦਨ ਮੋਹਨ ਮਾਲਵੀਆ ਜਦੋਂ ਗਏ ਸੀ ਤਾਂ ਉਹਨਾਂ ਦੇ ਉੱਪਰ ਜੁੱਤੀ ਸਿੱਟੀ ਗਈ ਸੀ। ਇਸ ਵਿੱਚ ਕੋਈ ਫਰਕ ਨਹੀਂ ਹੈ।
ਆਪਣੇ ਆਪ ਨੂੰ ਉਹਨਾਂ ਨੇ ਮਦਨ ਮੋਹਨ ਮਾਲਵੀਆ ਦੇ ਨਾਲ ਕੰਪੇਅਰ ਕੀਤਾ ਸੀ। 2015 ਦੇ ਵਿੱਚ ਜਦੋਂ 67 ਸੀਟਾਂ ਆਮ ਆਦਮੀ ਪਾਰਟੀ ਜਿੱਤੀ ਸੀ ਤਾਂ ਉੱਥੇ ਹੀ ਬਾਹਰ ਬਰਾਂਡੇ ਦੇ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਦਾ ਪੱਤਰਕਾਰ ਇੰਤਜ਼ਾਰ ਕਰ ਰਹੇ ਸੀਗੇ, ਪਰ ਅਰਵਿੰਦ ਕੇਜਰੀਵਾਲ ਅੰਦਰ ਕਮਰੇ ਦੇ ਵਿੱਚ ਬੈਠੇ ਹੋਏ ਸਨ, ਬਾਹਰ ਬਿਲਕੁਲ ਵੀ ਨਹੀਂ ਨਿਕਲੇ ਸਨ। ਸੋ ਜਦੋਂ ਭੂਸ਼ਣ ਵਾਜਪਾਈ ਨੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਉਹ ਬਾਹਰ ਕਿਉਂ ਨਹੀਂ ਆ ਰਹੇ ਜਦ ਕਿ ਉਹਨਾਂ ਦਾ ਪੱਤਰਕਾਰ ਇੰਤਜ਼ਾਰ ਕਰ ਰਹੇ ਹਨ, ਤਾਂ ਅਰਵਿੰਦ ਕੇਜਰੀਵਾਲ ਦਾ ਸਵਾਲ ਸੀ ਕਿ ਉਹ ਸੋਚ ਰਹੇ ਹਨ ਆਖਿਰਕਾਰ ਉਹਨਾਂ ਦਾ ਜੋ ਦੁਸ਼ਮਣ ਹੈ ਉਹ ਕੌਣ ਹੈ ਤੇ ਉਹ ਅੱਗੇ ਰਾਜਨੀਤੀ ਵਿੱਚ ਕਿਸ ਦਾ ਵਿਰੋਧ ਕਰਨ ਅਤੇ ਕਿਸ ਦੇ ਖਿਲਾਫ ਲੜਨ। ਸੋ ਇੱਥੇ ਆਪਾਂ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਨੂੰ ਨੇ ਜੋ ਚੰਦਾ ਸੀ ਆਮ ਆਦਮੀ ਪਾਰਟੀ ਨੂੰ ਮਿਲਦਾ ਸੀ, ਪੈਸੇ ਆਮ ਆਦਮੀ ਪਾਰਟੀ ਵੱਲੋਂ ਲਏ ਜਾਂਦੇ ਸੀ, ਤਾਂ ਇੱਕ ਵਾਰ ਆਮ ਆਦਮੀ ਪਾਰਟੀ ਨੇ ਫੋਰਡ ਫਾਊਂਡੇਸ਼ਨ ਦਾ ਪੈਸਾ ਲਿਆ ਸੀ। ਤਾਂ ਮਨੀਸ਼ ਸਿਸੋਦੀਆ ਦਾ ਕਿੱਸਾ ਸੀ ਕਿ ਮਦਰ ਟੈਰੇਸਾ ਨੂੰ ਕੋਈ ਗਲਤ ਵਿਅਕਤੀ ਪੈਸੇ ਦੇ ਗਿਆ ਤਾਂ ਮਦਰ ਟੈਰੇਸਾ ਨੇ ਉਸ ਵਿਅਕਤੀ ਤੋਂ ਜਿਹੜੇ ਪੈਸੇ ਸੀ ਉਹ ਲੈ ਲਏ ਸਨ। ਪਰ ਦੇਖਿਆ ਜਾਵੇ ਤਾਂ ਇੱਥੇ ਪਾਰਟੀ ਦੀ ਜਿਹੜੀ ਨੀਤੀ ਹੈ ਉਹ ਸਾਫ਼ ਹੋ ਜਾਂਦੀ ਹੈ ਕਿ ਜੇਕਰ ਕੋਈ ਫੰਡ ਦੇ ਤੌਰ 'ਤੇ ਪਾਰਟੀ ਨੂੰ ਪੈਸਾ ਦਿੰਦਾ ਹੈ, ਚਾਹੇ ਉਹ ਵਿਅਕਤੀ ਕਿੰਨਾ ਵੀ ਕਰਪਸ਼ਨ ਵਾਲਾ ਕਿਉਂ ਨਾ ਹੋਵੇ, ਉਸ ਤੋਂ ਜਿਹੜਾ ਪੈਸਾ ਹੈ ਉਹ ਫੰਡ ਲੈ ਲੈਣਾ ਚਾਹੀਦਾ ਹੈ, ਉਸ ਨੂੰ ਵਾਪਸ ਨਹੀਂ ਮੋੜਨਾ ਚਾਹੀਦਾ। ਤਾਂ ਸਵਰਾਜ ਨਾਂ ਦੀ ਜਿਹੜੀ ਇੱਕ ਕਿਤਾਬ ਦਾ ਵਿਵਾਦ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜਿਆ ਹੋਇਆ ਹੈ, ਜਿਸ 'ਤੇ ਕਿ ਇਲਜ਼ਾਮ ਲੱਗੇ ਕਿ ਉਹ ਜਿਹੜੀ ਕਿਤਾਬ ਹੈ ਉਹ ਅਰਵਿੰਦ ਕੇਜਰੀਵਾਲ ਨੇ ਕਾਪੀ ਕੀਤੀ ਗਈ ਹੈ, ਉਹਨਾਂ ਵੱਲੋਂ ਜਿਹੜੀ ਨਕਲ ਦੇ ਤੌਰ 'ਤੇ ਉਹ ਕਿਤਾਬ ਛਾਪੀ ਗਈ, ਕਿਸੇ ਹੋਰ ਵਿਅਕਤੀ ਦੁਆਰਾ ਉਹ ਕਿਤਾਬ ਪਹਿਲਾਂ ਛਾਪੀ ਗਈ ਸੀ ਜੋ ਹੁਣ ਕੇਜਰੀਵਾਲ ਵੱਲੋਂ ਛਾਪੀ ਗਈ ਹੈ। ਜਿਹੜਾ ਲੋਕਾਂ ਦਾ ਡਾਟਾ ਇਕੱਠਾ ਕਰਨਾ ਇਹ ਵੀ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਜਿਹੜਾ ਕੋਈ ਕੰਮ ਦੀ ਚੀਜ਼ ਨਹੀਂ, ਇਸ ਦੇ ਬਾਰੇ ਵੀ ਦੱਸਿਆ ਗਿਆ ਹੈ ਕਿ ਕਿਵੇਂ ਜਿਹੜਾ ਹਰ ਇਲੈਕਸ਼ਨ ਦੇ ਸਮੇਂ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਂਦਾ ਹੈ ਅਤੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਲੋਕਾਂ ਦਾ ਡਾਟਾ ਇਕੱਠਾ ਕਰੋ। ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਕਿ ਤੁਸੀਂ ਆਹ ਸਕੀਮ ਦੇ ਤਹਿਤ ਲੋਕਾਂ ਨਾਲ ਮਿਲਣਾ ਹੈ, ਉਹਨਾਂ ਦੇ ਨੰਬਰ ਲੈ ਕੇ ਆਉਣੇ ਨੇ, ਉਹਨਾਂ ਦਾ ਨਾਮ ਪਤਾ ਐਡਰੈਸ ਪਾਰਟੀ ਨੂੰ ਭੇਜਣਾ ਹੈ। ਤਾਂ ਬਹੁਤ ਸਾਰੇ ਰਾਜਾਂ ਦੇ ਵਿੱਚ ਜਦੋਂ ਇਹ ਮੁਹਿੰਮ ਚੱਲੀ ਸੀ ਤਾਂ ਪੰਜਾਬ ਵਿੱਚ ਵੀ ਇਹ ਮੁਹਿੰਮ ਚੱਲੀ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਮੰਤਰੀਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਲੋਕਾਂ ਦਾ ਡਾਟਾ ਇਕੱਠਾ ਕਰਕੇ ਲੈ ਕੇ ਆਓ ਤਾਂ ਜਿਹੜੀਆਂ ਟਿਕਟਾਂ ਨੇ ਉਹ ਤੁਹਾਨੂੰ ਦਿੱਤੀਆਂ ਜਾਣਗੀਆਂ। ਜੇਕਰ ਤੁਹਾਡੇ ਨਾਲ 2000 ਤੋਂ ਵੱਧ ਲੋਕ ਸਹਿਮਤ ਹੁੰਦੇ ਹਨ ਤਾਂ ਟਿਕਟ ਤੁਹਾਨੂੰ ਦੇ ਦਿੱਤੀ ਜਾਵੇਗੀ। ਤਾਂ ਉੱਥੇ ਹੀ ਬਹੁਤ ਸਾਰੇ ਜਿਹੜੇ ਲੋਕ ਸਨ, ਕੋਈ 10,000 ਕੋਈ 20,000 ਵਿਅਕਤੀਆਂ ਦੀਆਂ ਲਿਸਟਾਂ ਬਣਾ ਕੇ ਲੈ ਕੇ ਆਏ ਤਾਂ ਉੱਥੇ ਜਿਹੜਾ ਡਾਟਾ ਉਹ ਪਾਰਟੀ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਸੀ ਤਾਂ ਕਿ ਬਾਅਦ ਦੇ ਵਿੱਚ ਲੋਕਾਂ ਨੂੰ ਕਾਲ ਕਰਕੇ ਉਹਨਾਂ ਦੀ ਜਿਹੜੀ ਰਾਏ ਸੀ ਉਹ ਪੁੱਛੀ ਜਾ ਸਕੇ। ਤਾਂ ਇਸੇ ਤਰ੍ਹਾਂ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਪਾਰਟੀ 'ਚ ਟਿਕਟ ਦੇ ਹੱਕਦਾਰ ਸਨ ਉਹਨਾਂ ਨੂੰ ਟਿਕਟ ਨਾ ਮਿਲੀ ਅਤੇ ਸੰਜੇ ਸਿੰਘ ਦੇ ਉੱਪਰ ਜਿਹੜੇ ਟਿਕਟਾਂ ਵੇਚਣ ਦੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਟਿਕਟਾਂ ਵੇਚੀਆਂ ਹਨ ਅਤੇ ਉਹਨਾਂ ਨੇ ਬਹੁਤ ਸਾਰੇ ਪਾਰਟੀ ਦੇ ਵਿੱਚੋਂ ਜਿਹੜੇ ਲੀਡਰ ਆਏ ਸਨ ਉਹਨਾਂ ਤੋਂ ਪੈਸੇ ਲਏ ਅਤੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ, ਪਰ ਜਿਨ੍ਹਾਂ ਨੇ ਪਾਰਟੀ ਦੇ ਵੱਖਰੇ ਤੌਰ 'ਤੇ ਜਿਹੜੀ ਪਾਰਟੀ ਦੇ ਵਿੱਚ ਮਿਹਨਤ ਕੀਤੀ ਤਾਂ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ। ਤਾਂ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ 2017 ਦੀਆਂ ਚੋਣਾਂ ਦੀ ਆਪਾਂ ਗੱਲ ਕਰ ਲਈਏ ਤਾਂ 2017 ਦੀਆਂ ਚੋਣਾਂ ਦੇ ਵਿੱਚ ਵੀ ਇਹੀ ਹਾਲ ਹੋਇਆ ਸੀ ਕਿ ਸੰਜੇ ਸਿੰਘ ਪੰਜਾਬ ਆਉਂਦੇ ਹਨ ਅਤੇ ਬਹੁਤ ਸਾਰੀਆਂ ਪੰਜਾਬ ਦੀਆਂ ਟਿਕਟਾਂ ਦੇ ਉੱਪਰ ਜਿਹੜਾ ਰੌਲਾ ਪੈਂਦਾ ਹੈਗਾ ਕਿ ਜਿਹੜੇ ਸੰਜੇ ਸਿੰਘ ਨੇ ਉਹ ਟਿਕਟਾਂ ਕਰੋੜਾਂ ਦੇ ਰੁਪਇਆਂ ਦੇ ਵਿੱਚ ਉਹ ਵੇਚ ਦਿੱਤੀਆਂ ਹਨ, ਜਿਸ ਕਰਕੇ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਅਕਸ਼ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ ਅਤੇ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਬੁਰੀ ਤਰ੍ਹਾਂ ਹਾਰ ਗਈ ਸੀ। ਇਸੇ ਤਰ੍ਹਾਂ ਦੂਜੇ ਰਾਜਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਬੁਰੀ ਤਰ੍ਹਾਂ ਪਾਰਟੀ ਦੀਆਂ ਚੋਣਾਂ ਹਾਰੀ ਸੀ। ਉਹ ਉਸੇ ਸਮੇਂ ਆਮ ਆਦਮੀ ਪਾਰਟੀ ਨਾਲ ਜਿੰਨੇ ਵਰਕਰ ਕੰਮ ਕਰਦੇ ਸਨ ਹੌਲੀ ਹੌਲੀ ਉਹ ਪਿੱਛੇ ਹਟਣਾ ਸ਼ੁਰੂ ਹੋ ਗਏ ਅਤੇ ਉਹਨਾਂ ਆਪਣੇ ਪੈਰ ਪਿੱਛੇ ਵੱਲ ਨੂੰ ਖਿੱਚਣੇ ਸ਼ੁਰੂ ਕਰ ਦਿੱਤੇ। ਇਸੇ ਵਿਚਕਾਰ ਆਮ ਆਦਮੀ ਪਾਰਟੀ ਦੇ ਉੱਪਰ ਚੰਦਾ ਜੋ ਆਮ ਆਦਮੀ ਪਾਰਟੀ ਵੱਲੋਂ ਲਿਆ ਜਾਂਦਾ ਸੀ ਉਸ ਦੇ ਦੋਸ਼ ਵੀ ਲੱਗੇ ਕਿ ਆਮ ਆਦਮੀ ਪਾਰਟੀ ਜਿਹੜੇ ਪੈਸਾ ਉਹ ਟਿਕਟਾਂ ਵੇਚ ਕੇ ਇਕੱਠਾ ਕਰ ਰਹੀ ਹੈ ਅਤੇ ਉਸ ਨੂੰ ਗਲਤ ਨਜਾਇਜ਼ ਤਰੀਕੇ ਨਾਲ ਖਰਚ ਵੀ ਕਰ ਰਹੀ ਹੈ। ਸੋ ਆਮ ਆਦਮੀ ਪਾਰਟੀ ਨੇ ਪਹਿਲਾਂ ਆਪਣੀ ਵੈਬਸਾਈਟ ਦੇ ਉੱਪਰ ਇਸ ਸੰਬੰਧੀ ਜਿਹੜੀ ਪੂਰੀ ਡਿਟੇਲ ਸੀ ਉਹ ਦਿੱਤੀ ਹੋਈ ਸੀ ਕਿ ਕਿੱਥੋਂ ਉਹਨਾਂ ਨੂੰ ਚੰਦਾ ਪ੍ਰਾਪਤ ਹੁੰਦਾ ਹੈ ਅਤੇ ਕਿਵੇਂ ਚੰਦਾ ਪ੍ਰਾਪਤ ਹੁੰਦਾ ਹੈ, ਪਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੌਲੀ ਹੌਲੀ ਇਹ ਸਭ ਕੁਝ ਲੋਕਾਂ ਦੇ ਸਾਹਮਣੇ ਰੱਖਣਾ ਬੰਦ ਕਰ ਦਿੱਤਾ। ਜਦਕਿ ਪਾਰਟੀ ਜਦੋਂ ਬਣੀ ਸੀ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਉਹ ਲੋਕਾਂ ਦੇ ਸਾਹਮਣੇ ਪੂਰੀ ਪਾਰਦਰਸ਼ਤਾ ਰੱਖਣਗੇ ਕਿ ਕਿੱਥੋਂ ਉਹਨਾਂ ਨੂੰ ਪੈਸਾ ਹੁੰਦਾ ਅਤੇ ਕਿੱਥੇ ਖਰਚ ਕੀਤਾ ਜਾਂਦਾ ਹੈ। ਤਾਂ ਇਸ ਸੰਬੰਧੀ ਵੀ ਇੱਕ ਅੰਦੋਲਨ ਚੱਲਿਆ ਸੀ ਕਿ ਪਾਰਟੀ ਨੂੰ ਚੰਦਾ ਦੇਣਾ ਬੰਦ ਕੀਤਾ ਜਾਵੇ। ਤਾਂ ਇਸੇ ਆਧਾਰ 'ਤੇ ਇਸੇ ਅੰਦੋਲਨ ਦੇ ਆਧਾਰ 'ਤੇ ਦਿੱਲੀ ਦੇ ਵਿੱਚ ਬਹੁਤ ਵੱਡੀ ਲਹਿਰ ਚੱਲੀ
ਅਤੇ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਸੀ ਲੋਕਾਂ ਸਾਹਮਣੇ ਉਜਾਗਰ ਕੀਤੀਆਂ ਗਈਆਂ, ਤਾਂ ਲੋਕਾਂ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਚੰਦਾ ਦੇਣਾ ਉਹ ਬੰਦ ਕਰ ਦਿੱਤਾ ਸੀ। ਵੱਡੇ ਪੱਧਰ 'ਤੇ ਵਿਦੇਸ਼ਾਂ ਤੋਂ ਆਉਣ ਵਾਲਾ ਚੰਦਾ ਵੀ ਹੌਲੀ ਹੌਲੀ ਆਮ ਆਦਮੀ ਪਾਰਟੀ ਨੂੰ ਬੰਦ ਹੋ ਗਿਆ ਸੀ। ਅਤੇ ਉੱਥੇ ਹੀ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਵਾਅਦਾ ਕੀਤਾ ਸੀਗਾ ਵੀ ਉਹ ਚੰਦਾ ਵੈਬਸਾਈਟ ਦੇ ਉੱਪਰ ਦਿਖਾਉਣਗੇ, ਤਾਂ ਇਸ ਸੰਬੰਧੀ ਅੰਨਾ ਹਜ਼ਾਰੇ ਨੇ ਵੀ ਇੱਕ ਕੇਜਰੀਵਾਲ ਨੂੰ ਪੱਤਰ ਲਿਖਿਆ ਸੀ ਕਿ ਉਹ ਲੋਕਾਂ ਦੇ ਸਾਹਮਣੇ ਪਾਰਦਰਸ਼ਤਾ ਰੱਖਣ ਕਿ ਕਿਵੇਂ ਜਿਹੜੀ ਉਹ ਚੰਦਾ ਨੀਤੀ ਕੀ ਹੈ, ਉਹਨਾਂ ਦੀ ਕਿੰਨਾ ਉਹਨਾਂ ਨੂੰ ਚੰਦਾ ਪ੍ਰਾਪਤ ਹੁੰਦਾ ਤੇ ਕਿੰਨਾ ਖਰਚ ਕਰਦੇ ਹਨ, ਤੇ ਤਾਂ ਕਰਕੇ ਜਿਹੜੀ ਲੋਕਾਂ ਦੇ ਸਾਹਮਣੇ ਜਿਹੜੀ ਪਾਰਟੀ ਦੀ ਪਾਰਦਰਸ਼ਤਾ ਉਹ ਬਣੀ ਰਹੇ। ਸਵਾਲਾਂ ਦੇ ਜਵਾਬ ਬਹੁਤ ਸਾਰੇ ਇੰਟਰਵਿਊਆਂ ਦੇ ਵਿੱਚ ਦੇਣੇ, ਪਾਰਟੀਆਂ ਦੇ ਜਿਹੜੇ ਵਰਕਰ ਸੀ ਉਹਨਾਂ ਦੇ ਨਾਂ ਦੇਣੇ, ਅੰਨਾ ਹਜ਼ਾਰੇ ਦੀਆਂ ਮੀਟਿੰਗਾਂ ਵਿੱਚ ਨਾਂ ਦੇਣੇ, ਤਾਂ ਅਜਿਹੀ ਗੱਲਬਾਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ, ਬਲਕਿ ਉਹਨਾਂ ਦੇ ਮੱਥੇ ਦੀ ਜਿਹੜੀ ਸ਼ਿਕਨ ਸੀ ਉਹ ਹਮੇਸ਼ਾ ਦੇਖੀ ਜਾ ਸਕਦੀ ਸੀ, ਉਹਨਾਂ ਨੂੰ ਘਬਰਾਏ ਹੋਏ ਹਮੇਸ਼ਾ ਦੇਖਿਆ ਜਾ ਸਕਦਾ ਸੀਗਾ। ਸੋ ਤੁਹਾਨੂੰ ਇਹ ਕਿਤਾਬ ਵੀ ਦੱਸੇਗੀ ਕਿ ਕਿਵੇਂ ਜਦੋਂ ਸ਼ੁਰੂ ਦੇ ਵਿੱਚ ਅੰਨਾ ਹਜ਼ਾਰੇ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਕਿਸੇ ਤਰ੍ਹਾਂ ਦਾ ਜਿਹੜਾ ਪਾਰਟੀ ਬਣਾਉਣ ਦਾ ਕੋਈ ਰਾਜਨੀਤਿਕ ਵਿਚਾਰ ਨਹੀਂ ਸੀਗਾ, ਬਲਕਿ ਜਦੋਂ ਅਰਵਿੰਦ ਕੇਜਰੀਵਾਲ ਦੁਆਰਾ ਜਿਹੜੀ ਰਾਜਨੀਤਿਕ ਪਾਰਟੀ ਬਣਾਉਣ ਦੀ ਜਿਹੜੀ ਵਿਚਾਰ ਚਰਚਾ ਉਹ ਸ਼ੁਰੂ ਕੀਤੀ ਗਈ, ਉਹਨਾਂ ਨੇ ਆਖਿਆ ਕਿ ਇੱਕ ਰਾਜਨੀਤਿਕ ਪਾਰਟੀ ਬਣਾਉਣੀ ਚਾਹੀਦੀ ਹੈ, ਤਾਂ ਕਿਵੇਂ ਅੰਨਾ ਹਜ਼ਾਰੇ ਅਤੇ ਕਿਰਨ ਬੇਦੀ ਅਤੇ ਹੋਰ ਜਿਹੜੇ ਸਾਥੀ ਸਹਿਯੋਗੀ ਸੀ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਤਾਂ ਕਿਵੇਂ ਜਿਹੜੀ ਹੌਲੀ ਹੌਲੀ ਇਹ ਪਾਰਟੀ ਬਣੀ, ਤਾਂ ਇੱਕ ਤਰਫ ਜਦੋਂ ਅੰਨਾ ਹਜ਼ਾਰੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਲੋਕਾਂ ਦੀ ਉਹ ਲਿਸਟ ਉਹਨਾਂ ਤੱਕ ਪਹੁੰਚਾਈ ਜਾਵੇ ਕਿ ਕਿਹੜੇ ਲੋਕ ਅੰਦੋਲਨ ਦੇ ਵਿੱਚੋਂ ਪਾਰਟੀ ਬਣਾਉਣ ਦੇ ਲਈ ਰਾਜੀ ਹਨ, ਤਾਂ ਇਸ ਦੇ ਲਈ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਥੀਆਂ ਨੂੰ ਕੰਮ ਦੇ ਉੱਪਰ ਲਗਾਇਆ ਅਤੇ ਫੋਨ ਕਰ ਕਰਕੇ ਲੋਕਾਂ ਤੋਂ ਪੁੱਛਿਆ ਗਿਆ ਕਿ ਉਹ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਬਣ ਰਹੀ ਸੀ ਰਾਜਨੀਤਿਕ ਪਾਰਟੀ, ਕਿ ਉਸ ਨੂੰ ਬਣਾਉਣ ਦੇ ਵਿੱਚ ਅੰਦੋਲਨ ਦੇ ਵਿੱਚੋਂ ਪਾਰਟੀ ਬਣਾਉਣ ਦੇ ਵਿੱਚ ਰਾਜੀ ਹਨ ਜਾਂ ਫਿਰ ਨਹੀਂ। ਜਿਹੜੇ ਲੋਕ ਰਾਜੀ ਨਹੀਂ ਹੁੰਦੇ ਸੀ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ ਸੀ, ਬਲਕਿ ਜਿਹੜੇ ਲੋਕ ਰਾਜੀ ਹੁੰਦੇ ਸੀਗੇ ਤਾਂ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਕਰੀਬ 100 ਵਿਅਕਤੀਆਂ ਦੀ ਜਦੋਂ ਲਿਸਟ ਅੰਨਾ ਹਜ਼ਾਰੇ ਨੂੰ ਸੌਂਪੀ ਗਈ ਤਾਂ ਉਸਦੇ ਵਿੱਚ ਕਿਰਨ ਬੇਦੀ ਦਾ ਕਿਤੇ ਨਾਮ ਨਹੀਂ ਸੀ, ਤਾਂ ਅੰਨਾ ਹਜ਼ਾਰੇ ਬਹੁਤ ਪਰੇਸ਼ਾਨ ਹੋਏ ਸੀ ਇਹ ਦੇਖ ਕੇ ਕਿ ਇਸ ਲਿਸਟ ਦੇ ਵਿੱਚ ਕਿਰਨ ਬੇਦੀ ਦਾ ਨਾਮ ਕਿਉਂ ਨਹੀਂ ਹੈ। ਤਾਂ ਜਦੋਂ ਉਹਨਾਂ ਨੇ ਕਿਰਨ ਬੇਦੀ ਦਾ ਨਾਮ ਇਸ ਲਿਸਟ ਵਿੱਚ ਪਵਾਇਆ ਤਾਂ ਦੂਜੇ ਪਾਸੇ ਉਸ ਸਮੇਂ ਜਦੋਂ ਇਸ ਸੰਬੰਧੀ ਮੀਟਿੰਗ ਕੀਤੀ ਗਈ ਤਾਂ ਕਰੀਬ 60 ਵਿਅਕਤੀ ਸੀ ਜਦੋਂ 100 ਦੇ ਵਿੱਚੋਂ ਉੱਥੇ ਸ਼ਾਮਿਲ ਹੋਏ, ਤਾਂ ਉਹਨਾਂ ਵਿੱਚੋਂ ਕਿਸੇ ਵਿਅਕਤੀ ਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਪਾਰਟੀ ਨਹੀਂ ਬਣਨੀ ਚਾਹੀਦੀ, ਬਲਕਿ ਕਿਰਨ ਬੇਦੀ ਨੇ ਕਿਹਾ ਸੀ ਕਿ ਕਿਸੇ ਤਰ੍ਹਾਂ ਦੀ ਇਸ ਅੰਦੋਲਨ ਦੇ ਵਿੱਚੋਂ ਰਾਜਨੀਤਿਕ ਪਾਰਟੀ ਨਹੀਂ ਬਣਨੀ ਚਾਹੀਦੀ, ਬਲਕਿ ਜਿਹੜੇ ਉਹ 60 ਲੋਕ ਸੀਗੇ ਉਹਨਾਂ ਨੇ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਕਿ ਰਾਜਨੀਤਿਕ ਪਾਰਟੀ ਬਣਨੀ ਚਾਹੀਦੀ ਹੈ। ਪਹਿਲਾਂ ਸਭ ਕੁਝ ਪਲਾਨ ਕੀਤਾ ਜਾਂਦਾ ਸੀ ਆਮ ਆਦਮੀ ਪਾਰਟੀ ਦੇ ਵਿੱਚ, ਅਰਵਿੰਦ ਕੇਜਰੀਵਾਲ ਦੇ ਦੁਆਰਾ ਸਾਰੀ ਜਿਹੜੀ ਰਣਨੀਤੀ ਸੀ ਉਹ ਘੜੀ ਜਾਂਦੀ ਸੀ, ਭਾਵੇਂ ਕੋਈ ਵੀ ਗੱਲ ਹੋਵੇ ਤਾਂ ਸਾਰੀ ਗੱਲ ਪਲੈਨਿੰਗ ਦੇ ਤਹਿਤ ਹੀ ਕੀਤੀ ਜਾਂਦੀ ਸੀ। ਜਦੋਂ ਇੱਕ ਵਾਰ ਅਰਵਿੰਦ ਕੇਜਰੀਵਾਲ ਸ਼ੂਗਰ ਦੇ ਮਰੀਜ਼ ਹੋਣ ਦੇ ਕਾਰਨ ਧਰਨੇ 'ਤੇ ਬੈਠਣ ਜਾ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ ਮੈਂ ਧਰਨੇ ਦੇ ਉੱਪਰ ਬੈਠੂੰਗਾ, ਪਰ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਕਿਉਂਕਿ ਉਹ ਬਿਮਾਰ ਸਨ, ਅਤੇ ਉਸ ਦੇ ਕਹਿਣ 'ਤੇ ਉਹ ਰੁਕੇ ਵੀ ਕਿਉਂਕਿ ਇਹ ਸਾਰੀ ਜਿਹੜੀ ਪਲੈਨਿੰਗ ਸੀ ਉਹ ਪਹਿਲਾਂ ਕੀਤੀ ਗਈ ਸੀ। ਨਾਲ ਦੇ ਵਿਅਕਤੀਆਂ ਦੁਆਰਾ ਜਿਹੜੇ ਇਹ ਸਾਰੇ ਖੁਲਾਸੇ ਨੇ ਇਸ ਕਿਤਾਬ ਦੇ ਵਿੱਚ ਕੀਤੇ ਗਏ ਨੇ। ਉੱਤਰ ਪ੍ਰਦੇਸ਼ ਦੀਆਂ ਜਿੰਨੀਆਂ ਵੀ ਸੀਟਾਂ ਸੀ ਉਹ ਸਾਰੀਆਂ ਦੇ ਉੱਪਰ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਪਾਰਟੀ ਨੂੰ ਬਚਾਉਣ ਦੇ ਲਈ ਜਿਹੜੀ ਕਿਸੇ ਨਾ ਕਿਸੇ ਦੀ ਇਹ ਬਲੀ ਆ ਉਹ ਜ਼ਰੂਰ ਦੇਣੀ ਪਵੇਗੀ। ਸੋ ਜੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ਤੋਂ ਬਾਹਰ ਕੱਢਣ ਤੱਕ ਜਿਹੜੀ ਇਹ ਵਿਅਕਤੀਆਂ ਦੀ ਉਸ ਸਮੇਂ ਤੱਕ ਜਿਹੜੀ ਬਲੀ ਉਹ ਦਿੱਤੀ ਗਈ। ਵੱਖ ਵੱਖ ਰਾਜਾਂ ਦੇ ਵਿੱਚ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਵੱਖੋ ਵੱਖਰੇ ਜਿਹੜੇ ਇਲਜ਼ਾਮ ਉਹਨਾਂ ਦੇ ਉੱਪਰ ਲਗਾ ਕੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ। ਕਿਸੇ ਨੂੰ ਭ੍ਰਿਸ਼ਟਾਚਾਰੀ ਕਰਾਰ ਦਿੱਤਾ ਗਿਆ, ਕਿਸੇ ਨੂੰ ਪਾਰਟੀ ਵਿਰੋਧੀ ਕਰਾਰ ਦਿੱਤਾ ਗਿਆ, ਕਿਸੇ ਨੂੰ ਕੁਛ ਕਿਹਾ ਗਿਆ। ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਅਰਵਿੰਦ ਕੇਜਰੀਵਾਲ ਨੇ ਦਿਖਾ ਦਿੱਤਾ। ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਤੋਂ ਬਿਨਾਂ ਪਾਰਟੀ ਦੇ ਵਿੱਚ ਕਿਸੇ ਦਾ ਵੀ ਕੱਦ ਉੱਚਾ ਹੋਵੇ। ਆਪ ਨੂੰ ਵੋਟਾਂ ਦੀ ਗੱਲ ਕਰ ਲਈਏ, ਜਦੋਂ ਇਲੈਕਸ਼ਨ ਹੋਏ ਸੀ ਤਾਂ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਸੀ ਉਹ ਕਿੰਨੀਆਂ ਮਿਲੀਆਂ ਸੀ, ਕਿਹੜੇ ਕਿਹੜੇ ਰਾਜ ਦੇ ਵਿੱਚ ਵੋਟਾਂ ਪਈਆਂ ਸੀ। ਸਭ ਤੋਂ ਪਹਿਲਾਂ ਆਪਾਂ ਜੇਕਰ ਰਾਜਸਥਾਨ ਦੀ ਗੱਲ ਕਰੀਏ ਤਾਂ 78,001 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ, ਜਿੱਥੇ ਕਿ ਨੋਟਾਂ ਨੂੰ ਉਸ ਤੋਂ ਜ਼ਿਆਦਾ 2,93,001 ਵੋਟ ਮਿਲੀ ਸੀ। ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਕਰੀਬ 90,000 ਦੇ ਕਰੀਬ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ, ਪਰ ਨੋਟਾਂ ਨੂੰ ਉੱਥੇ ਵੀ 2 ਲੱਖ ਦੇ ਕਰੀਬ ਜਿਹੜੀਆਂ ਵੋਟਾਂ ਮਿਲੀਆਂ। ਤਾਂ ਛੱਤੀਸਗੜ੍ਹ ਦੇ ਵਿੱਚ ਕੇਵਲ 35,000 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ,
ਤਾਂ ਜਿੱਥੇ ਨੋਟਾਂ ਨੂੰ ਤਿੰਨ ਉਸ ਤੋਂ 2-3 ਗੁਣਾ ਸਾਰੇ ਰਾਜਾਂ ਵਿੱਚ ਵੱਧ ਮਿਲੀਆਂ, ਤਾਂ ਛੱਤੀਸਗੜ੍ਹ ਵਿੱਚ 1 ਲੱਖ ਵੋਟਾਂ ਜਿਹੜੀਆਂ ਨੋਟਾਂ ਨੂੰ ਮਿਲੀਆਂ। ਭੋਪਾਲ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਜੋ ਆਮ ਆਦਮੀ ਪਾਰਟੀ ਨੇ ਸਭ ਤੋਂ ਮੂਹਰੇ ਕੀਤਾ ਸੀ, ਉਸ ਨੂੰ ਕੇਵਲ 1000 ਵੋਟ ਹੀ ਮਿਲੀ, ਜਦੋਂ ਕਿ ਉਹ ਉਸ ਰਾਜ ਦੇ ਮੁੱਖ ਮੰਤਰੀ ਦਾ ਚਿਹਰਾ ਸਨ। ਕੇਜਰੀਵਾਲ ਦਾ ਜਿਹੜਾ ਟਵੀਟ ਸੀ ਉਸ ਸਮੇਂ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਕੀਤਾ ਸੀ ਕਿ ਮੋਦੀ ਰਾਜ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ, ਪਰ ਉਹ ਇਹ ਨਹੀਂ ਜਾਣਦੇ ਸੀ ਕਿ ਆਪਣੇ ਹੀ ਉਹਨਾਂ ਦੀ ਰਾਜ ਦੀ ਜਿਹੜੀ ਉਲਟੀ ਗਿਣਤੀ ਆ ਉਹ ਸ਼ੁਰੂ ਹੋ ਜਾਵੇਗੀ ਇਲੈਕਸ਼ਨ ਦੇ ਸਮੇਂ। ਉਹਨਾਂ ਦੇ ਵੋਟਾਂ ਦਾ ਘਟਣਾ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਚਿੰਤਾਜਨਕ ਸੀ, ਜਿਸ ਕਰਕੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਬਹੁਤ ਜ਼ਿਆਦਾ ਜਿਹੜੇ ਨਿਰਾਸ਼ ਹੋ ਚੁੱਕੇ ਸੀ ਅਤੇ ਉਹ ਸੋਚ ਰਹੇ ਸੀਗੇ ਕਿ ਹੁਣ ਕੀ ਕਰਿਆ ਜਾਵੇ। ਪਰ ਉਹਨਾਂ ਨੇ ਦੁਬਾਰਾ ਇਹਨਾਂ ਰਾਜਾਂ ਵੱਲ ਮੁੜ ਕੇ ਜਿਹੜਾ ਹੁਣ ਮੁੱਖ ਨਹੀਂ ਕੀਤਾ ਸੀ, ਲੋਕਾਂ 'ਚ ਉਹ ਦੁਬਾਰਾ ਨਹੀਂ ਪਹੁੰਚੇ ਸੀ। ਅਤੇ ਜਿਵੇਂ ਆਮ ਆਦਮੀ ਪਾਰਟੀ ਦਿੱਲੀ ਦੀ ਐਨਕ ਨਾਲ ਦੂਜੇ ਰਾਜਾਂ ਨੂੰ ਦੇਖਦੀ ਹੈ, ਉਸ ਤਰ੍ਹਾਂ ਸ਼ਾਇਦ ਦੇਖਣਾ ਸਹੀ ਨਹੀਂ ਹੋਵੇਗਾ, ਕਿਉਂਕਿ ਰਾਜ ਅਲੱਗ ਅਤੇ ਦਿੱਲੀ ਅਲੱਗ ਹੈ। ਸੋ ਕਾਂਗਰਸ ਮੁਕਤ ਭਾਰਤ ਦਾ ਜਦੋਂ ਨਾਅਰਾ ਭਾਜਪਾ ਦੁਆਰਾ ਦਿੱਤਾ ਗਿਆ ਸੀਗਾ, ਤਾਂ ਉਸ ਸਮੇਂ ਉਸ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਹੋਰ ਵੀ ਬਹੁਤ ਸਾਰੇ ਨਾਅਰੇ ਦਿੱਤੇ ਗਏ। ਤਾਂ ਰਾਜ ਸਭਾ ਵਿੱਚ ਸੰਜੇ ਸਿੰਘ ਦੁਆਰਾ ਨਾਅਰਾ ਦਿੱਤਾ ਗਿਆ ਸੀ ਭਾਜਪਾ ਮੁਕਤ ਦਾ। ਸੋ ਨਿਤੀਸ਼ ਕੁਮਾਰ ਦੁਆਰਾ ਬਿਹਾਰ ਵਿੱਚ ਨਾਅਰਾ ਦਿੱਤਾ ਗਿਆ ਸੀ ਸੰਘ ਮੁਕਤ ਭਾਰਤ ਦਾ। ਅਤੇ ਜਦੋਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਨਾਅਰੇ RSS ਲਗਾ ਰਹੀ ਸੀ ਕਿ ਜਾਮਾ ਮਸਜਿਦ ਤੋੜ ਦਿਓ, ਅਤੇ ਉਸ ਸਮੇਂ ਜਿਹੜੀ ਆਮ ਆਦਮੀ ਪਾਰਟੀ ਦੀ ਕੀ ਨੀਤੀ ਸੀ ਕਿ ਉਹਨਾਂ ਨੇ RSS ਦੇ ਅਧੀਨ ਜਿਹੜੇ ਵਿਅਕਤੀ ਸਨ ਨਾਲ ਸੰਬੰਧਿਤ ਸਨ, ਲਾਲ ਕ੍ਰਿਸ਼ਨ ਅਡਵਾਨੀ ਨੂੰ ਸੱਦਾ ਭੇਜਿਆ ਗਿਆ ਕਿ ਦਿੱਲੀ ਦੀ ਵਿਧਾਨ ਸਭਾ ਦੇ 25 ਸਾਲ ਪੂਰੇ ਹੋਣ ਵਾਲੇ ਹਨ। 2018 ਦੀ ਇਹ ਗੱਲ ਹੈ ਕਿ ਜਦੋਂ ਉਹਨਾਂ ਨੂੰ ਉਸ ਸੱਦੇ 'ਤੇ ਬੁਲਾਇਆ ਗਿਆ ਕਿ ਉਹ ਇੱਥੇ ਪਹੁੰਚਣ, ਜਿੱਥੇ ਦਾ ਇੱਕ ਪਾਸੇ ਆਮ ਆਦਮੀ ਪਾਰਟੀ ਭਾਜਪਾ ਦਾ ਵਿਰੋਧ ਕਰਦੀ ਸੀ, ਤਾਂ ਦੂਜੇ ਪਾਸੇ RSS ਦੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਹਨਾਂ ਨੇ ਸੱਦਾ ਭੇਜ ਦਿੱਤਾ। ਪਰ ਗੱਲ ਇੱਥੇ ਇਹ ਰਹੀ ਕਿ ਭਾਜਪਾ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਸ ਸੱਦੇ 'ਤੇ ਪਹੁੰਚਣ ਹੀ ਨਹੀਂ ਦਿੱਤਾ। ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਉੱਥੇ ਹੀ ਰੋਕ ਦਿੱਤਾ ਕਿ ਲਾਲ ਕ੍ਰਿਸ਼ਨ ਅਡਵਾਨੀ ਉੱਥੇ ਨਾ ਜਾਣ, ਅਤੇ ਉੱਥੇ ਹੀ ਲਾਲ ਕ੍ਰਿਸ਼ਨ ਅਡਵਾਨੀ ਨਹੀਂ ਪਹੁੰਚੇ। 25 ਸਾਲ ਪੂਰੇ ਹੋਣ ਦਾ ਜਿਹੜਾ ਫੰਕਸ਼ਨ ਸੀ ਉਹ ਦਿੱਲੀ ਦੀ ਵਿਧਾਨ ਸਭਾ ਦਾ ਉਸ ਸਮੇਂ ਮਨਾਇਆ ਜਾ ਰਿਹਾ ਸੀ। ਤਾਂ ਦੂਜੇ ਪਾਸੇ ਤਾਂ RSS ਨੂੰ ਨਿਉਤੇ 'ਤੇ ਬੁਲਾਉਣਾ, ਤਾਂ ਇੱਕ ਪਾਸੇ ਜਾਮਾ ਮਸਜਿਦ ਨੂੰ ਤੋੜ ਦਿਓ ਦੇ ਨਾਅਰੇ ਦਿੱਲੀ ਦੀਆਂ ਸੜਕਾਂ ਉੱਪਰ। ਇਸ ਨੀਤੀ ਉੱਪਰ ਆਮ ਆਦਮੀ ਦੀ ਪਾਰਟੀ ਦੀ ਨੀਤੀ ਦੇ ਉੱਪਰ ਜ਼ਰੂਰ ਸਵਾਲ ਖੜ੍ਹੇ ਹੁੰਦੇ ਰਹੇ ਹਨ ਕਿਤੇ ਨਾ ਕਿਤੇ ਕਿ ਆਖਿਰਕਾਰ ਆਮ ਆਦਮੀ ਪਾਰਟੀ ਚਾਹੁੰਦੀ ਕੀ ਹੈ। ਜਦੋਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸਨ, ਤਾਂ ਬਹੁਤ ਸਾਰੇ ਵਿਅਕਤੀ ਜਿਹੜੇ ਟਿਕਟਾਂ ਦੇ ਲਈ ਅੱਗੇ ਆ ਰਹੇ ਸਨ ਕਿ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ, ਸਾਨੂੰ ਟਿਕਟ ਮਿਲਣੀ ਚਾਹੀਦੀ ਹੈ। ਤਾਂ ਉਸ ਸਮੇਂ ਅਜਿਹੇ ਹੈਰਾਨੀਜਨਕ ਲੋਕਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਕਿ ਕਦੇ ਵੀ ਉਹ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਏ ਸੀ। ਕੇਵਲ ਇੱਕ ਰਾਤ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੂੰ ਜਿਹੜੀਆਂ ਟਿਕਟਾਂ ਸੀ ਉਹ ਦੇ ਦਿੱਤੀਆਂ ਗਈਆਂ, ਬਲਕਿ ਉਹਨਾਂ ਦੇ ਵਿਅਕਤੀਆਂ ਵੱਲੋਂ ਆਪ ਖੁਲਾਸਾ ਕੀਤਾ ਗਿਆ ਕਿ ਟਿਕਟਾਂ ਸਾਨੂੰ ਮਿਲ ਰਹੀਆਂ ਇਹਨਾਂ ਪਾਰਟੀ ਦੇ ਵਰਕਰ ਚਾਹੇ ਜਿੰਨੀ ਵੀ ਮਿਹਨਤ ਕਰ ਲੈਣ, ਜਿੰਨੀਆਂ ਵੀ ਲਿਸਟਾਂ ਬਣਾ ਲੈਣ, ਜਿੰਨਾ ਵੀ ਡਾਟਾ ਇਕੱਠਾ ਕਰ ਲੈਣ, ਤਾਂ ਟਿਕਟ ਦਾ ਕੀ ਹੈ ਕਿ ਟਿਕਟ ਤਾਂ ਸਾਨੂੰ ਹੀ ਮਿਲ ਕੇ ਰਹਿਣੀ ਹੈ। ਸਾਡੀ ਪਾਰਟੀ 'ਚ ਗੱਲਬਾਤ ਹੋ ਚੁੱਕੀ। ਤਾਂ ਅਜਿਹਾ ਹੀ ਹੋਇਆ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸੀਟਾਂ 'ਤੇ ਉਹ ਟਿਕਟਾਂ ਵੇਚੀਆਂ ਗਈਆਂ ਅਤੇ ਪਾਰਟੀ ਦੇ ਵਿੱਚ ਪੂਰਾ ਇਸ ਸੰਬੰਧੀ ਪ੍ਰਚਾਰ ਹੋਇਆ। ਤਾਂ ਜਿਹੜੇ ਲੋਕ ਸੀਗੇ ਜਿਹੜੇ ਆਮ ਆਦਮੀ ਪਾਰਟੀ ਨੂੰ ਇੱਕ ਬਦਲਾਅ ਦੇ ਰੂਪ ਵਿੱਚ ਉੱਤਰ ਪ੍ਰਦੇਸ਼ 'ਚ ਵੀ ਦੇਖਣਾ ਚਾਹੁੰਦੇ ਸੀਗੇ, ਸੋ ਉਹਨਾਂ ਦੇ ਜਿਹੜੇ ਮਨ ਦੀਆਂ ਭਾਵਨਾਵਾਂ ਸੀ ਉਹ ਕਿਤੇ ਟੁੱਟੀਆਂ ਅਤੇ ਆਮ ਆਦਮੀ ਪਾਰਟੀ ਕਿਸੇ ਹੋਰ ਰਸਤੇ ਨੂੰ ਚੱਲ ਪਈ। ਤਾਂ ਸੰਜੇ ਸਿੰਘ ਦੇ ਦੁਆਰਾ ਬਹੁਤ ਸਾਰੇ ਜਿਹੜੇ ਉੱਤਰ ਪ੍ਰਦੇਸ਼ ਦੇ ਵਿੱਚ ਆਗੂ ਸਨ, ਸਭ ਤੋਂ ਪਹਿਲਾਂ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਪਾਰਟੀ ਖੜੀ ਕਰਨ ਲਈ ਅੱਗੇ ਕੰਮ ਕੀਤਾ ਸੀਗਾ, ਤਾਂ ਸੰਜੇ ਸਿੰਘ ਦੁਆਰਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕਢਵਾਇਆ ਗਿਆ। ਕਿਤੇ ਨਾ ਕਿਤੇ ਜਿਹੜੀਆਂ ਸਾਜ਼ਿਸ਼ਾਂ ਰਚ ਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਅਜਿਹਾ ਕਿਉਂ ਕੀਤਾ ਗਿਆ ਕਿ ਕਿਉਂਕਿ ਖੁਦ ਸੰਜੇ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕਿਸੇ ਤਰ੍ਹਾਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੋਰ ਵਿਅਕਤੀ ਦਾ ਨਾਮ ਉਹਨਾਂ ਤੋਂ ਉੱਪਰ ਆਵੇ। ਸੋ ਇਸ ਨੀਤੀ ਨੂੰ ਲੈ ਕੇ ਸੰਜੇ ਸਿੰਘ ਚੱਲੇ। ਤਾਂ ਪਿੱਛੇ ਜੇ ਅਸੀਂ ਦੇਖਦੇ ਹਾਂ ਕਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਕੇਵਲ ਸੰਜੇ ਸਿੰਘ ਦਾ ਨਾਮ ਹੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਜ਼ਿਆਦਾ
ਸੁਣਨ ਨੂੰ ਮਿਲਦਾ ਹੈ, ਕਿਸੇ ਹੋਰ ਵਿਅਕਤੀ ਦਾ ਜ਼ਿਆਦਾ ਨਾਮ ਉੱਥੇ ਸੁਣਨ ਨੂੰ ਨਹੀਂ ਮਿਲਦਾ। ਸੋ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ 2017 ਦੀਆਂ ਜਦੋਂ ਚੋਣਾਂ ਹੋਈਆਂ ਤਾਂ ਬਹੁਤ ਸਾਰੇ ਲੋਕ ਰਾਤੋਂ ਰਾਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਤਾਂ ਅਜਿਹਾ ਹੀ ਗਰਾਊਂਡ ਵਰਕ 'ਤੇ ਕੀਤਾ ਹੋਇਆ ਵਰਕਰਾਂ ਦਾ ਕੰਮ ਆਮ ਆਦਮੀ ਪਾਰਟੀ ਨੇ ਮਿੱਟੀ ਪਾ ਕੇ ਰੱਖਤਾ। ਉਸ ਜਿੰਨਾ ਵੀ ਲੋਕਾਂ ਨੇ ਵਰਕ ਕੀਤਾ ਤਾਂ ਬਹੁਤ ਜ਼ਿਆਦਾ ਨਿਰਾਸ਼ ਹੋਏ ਆਮ ਆਦਮੀ ਪਾਰਟੀ ਤੋਂ, ਅਤੇ ਆਮ ਆਦਮੀ ਪਾਰਟੀ ਇਲੈਕਸ਼ਨ ਹਾਰ ਗਈ। ਤਾਂ ਕਿਤੇ ਨਾ ਕਿਤੇ ਇਹ ਗੱਲ ਹੁਣ 2022 ਦੀਆਂ ਚੋਣਾਂ ਵਿੱਚ ਵੀ ਕਿਤੇ ਢੁਕਦੀ ਹੋਈ ਨਜ਼ਰ ਆਮ ਆਦਮੀ ਪਾਰਟੀ ਦੇ ਉੱਪਰ ਆ ਰਹੀ ਸੀ। ਕਰੀਬ 35 ਤੋਂ 40 ਸੀਟਾਂ ਜਿਹੜੀਆਂ ਬਾਹਰ ਦੂਜੀਆਂ ਪਾਰਟੀਆਂ ਤੋਂ ਲਏ ਗਏ ਵਿਅਕਤੀਆਂ ਨੂੰ ਦਿੱਤੀਆਂ ਗਈਆਂ ਤਾਂ ਉਹਨਾਂ 'ਤੇ ਵੀ ਬਹੁਤ ਜ਼ਿਆਦਾ ਸਵਾਲ ਖੜੇ ਹੋਏ। ਤਾਂ ਇਸੇ ਤਰ੍ਹਾਂ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਬਾਹਰ ਦੂਜੀਆਂ ਪਾਰਟੀਆਂ ਤੋਂ ਆਏ ਕਰਪਟ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਤਾਂ ਅਰਵਿੰਦ ਕੇਜਰੀਵਾਲ 'ਤੇ ਸਵਾਲ ਉੱਠੇ ਕਿ ਪਹਿਲਾਂ ਉਹ ਉਹਨਾਂ ਨੂੰ ਬਿਲਕੁਲ ਹੀ ਕਰਪਟ ਕਹਿੰਦੇ ਸੀ, ਭ੍ਰਿਸ਼ਟਾਚਾਰੀ ਕਹਿੰਦੇ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਟਿਕਟਾਂ ਕਿਉਂ ਦੇ ਦਿੱਤੀਆਂ। ਸੋ ਲਗਭਗ 5 ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ 105 ਕਲੀਨਿਕ ਬਣਾਏ ਅਤੇ 8 ਲੱਖ ਲੋਕਾਂ ਦਾ ਜਿਹੜਾ ਇਲਾਜ ਸੀ ਉੱਥੇ ਸੰਭਵ ਕਰ ਦਿੱਤਾ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਗਲੀ ਗਲੀ ਘੁੰਮਦੇ ਰਹੇ, ਹਸਪਤਾਲਾਂ ਦੇ ਚੱਕਰ ਲਗਾਉਂਦੇ ਰਹੇ, ਬਹੁਤ ਤਰੀਕਿਆਂ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਤਾਂ ਕਿਤੇ ਜਾ ਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ। ਅਤੇ ਇੱਕ ਨਾਅਰਾ ਉਸ ਸਮੇਂ ਦਿੱਤਾ ਗਿਆ ਸੀ ਕਿ ਮੋਦੀ ਹਟਾਓ ਦੇਸ਼ ਬਚਾਓ, ਕਿ ਜੋ ਨਾਅਰਾ ਸੀਗਾ ਇਹ ਆਮ ਆਦਮੀ ਪਾਰਟੀ ਨੇ ਜ਼ੋਰ ਦੇ ਕੇ ਲੋਕਾਂ ਦੇ ਵਿੱਚ ਦਿੱਤਾ ਗਿਆ ਸੀ ਕਿ ਮੋਦੀ ਨੂੰ ਹਟਾਓ ਅਤੇ ਦੇਸ਼ ਬਚਾਓ। ਸੋ ਦੇਖਿਆ ਜਾਵੇ ਤਾਂ ਕੇਜਰੀਵਾਲ ਦੇ ਅਧਿਕਾਰ ਵੀ ਜਦੋਂ ਖੋਏ ਗਏ ਅਤੇ ਪਹਿਲਾਂ ਉਹਨਾਂ ਅਧਿਕਾਰਾਂ ਦੇ ਉੱਪਰ ਜਿਹੜੀ ਕਿਤਾਬ ਹੈ ਇਹ ਬਹੁਤ ਮਾੜਾ ਇਸ ਨੂੰ ਕਹਿੰਦੀ ਹੈ ਲੇਖਕਾ ਕਿ ਜਿਹੜੇ ਇਹ ਅਧਿਕਾਰ ਕੇਜਰੀਵਾਲ ਦੇ ਖੋਏ ਜਾਣ ਕਿਤੇ ਨਾ ਕਿਤੇ ਮਾੜੇ ਸੀ, ਕਿਉਂਕਿ ਮੁੱਖ ਮੰਤਰੀ ਦੇ ਹੱਥੋਂ ਇੱਕ ਹਿਸਾਬ ਨਾਲ ਦਿੱਲੀ ਦਾ ਖੋਇਆ ਜਾਣਾ ਕਿ ਉਹ ਹੁਣ ਕਿਸੇ ਕੰਮ ਦੇ ਨਹੀਂ ਕਿਸੇ ਹੋਰ ਵਿਅਕਤੀ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਉਸ ਸਮੇਂ ਅਰਵਿੰਦ ਕੇਜਰੀਵਾਲ ਨੇ ਬਹੁਤ ਜਿਹੜਾ ਗਰਮਜੋਸ਼ੀ ਦੇ ਨਾਲ ਭਾਸ਼ਣ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਲੋਕਾਂ ਦੀ ਸਰਕਾਰ ਹੈ, ਲੋਕਾਂ ਦੇ ਦੁਆਰਾ ਚੁਣੀ ਹੋਈ ਸਰਕਾਰ ਹੈ, ਤੁਸੀਂ ਇਸ ਨਾਲ ਧੱਕਾ ਨਹੀਂ ਕਰ ਸਕਦੇ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਜਦੋਂ ਆਪਾਂ ਗੱਲ ਕਰੀਏ ਤਾਂ ਕਸ਼ਮੀਰ ਦੇ ਮੁੱਦੇ 'ਤੇ ਕੇਜਰੀਵਾਲ ਕਦੇ ਕੁਛ ਨਹੀਂ ਬੋਲੇ। 370 ਨੂੰ ਹਟਾਉਣਾ, 35A CAA ਦੇ ਮਾਮਲੇ 'ਤੇ ਬਿਲਕੁਲ ਹੀ ਕੇਜਰੀਵਾਲ ਚੁੱਪ ਰਹੇ। ਉਸ ਸਮੇਂ ਉਹਨਾਂ ਨੇ ਭਾਜਪਾ ਦਾ ਵਿਰੋਧ ਨਹੀਂ ਕੀਤਾ ਸੀ ਬਲਕਿ ਭਾਜਪਾ ਦੀ ਹਮਾਇਤ ਕੀਤੀ ਸੀ। ਤਾਂ ਇਸੇ ਤਰ੍ਹਾਂ ਹੁਣ ਜਦੋਂ ਉਹਨਾਂ ਦੇ ਅਧਿਕਾਰ ਖੋਏ ਗਏ ਤਾਂ ਉਹਨਾਂ ਨੂੰ ਆਪ ਬੜਾ ਦੁੱਖ ਪਹੁੰਚਿਆ। ਇਸੇ ਤਰ੍ਹਾਂ ਜਿਹੜੇ ਕਸ਼ਮੀਰ ਦੇ ਲੋਕ ਸਨ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੜਾ ਦੁੱਖ ਪਹੁੰਚਿਆ ਹੋਵੇਗਾ। ਜਿਹੜੇ ਦਿੱਲੀ ਦੇ ਵਿੱਚ ਮੁਸਲਮਾਨ ਸਨ ਉਹਨਾਂ ਨੂੰ ਵੀ ਕਿਤੇ ਇਹ ਨਾ ਬਹੁਤ ਬੜਾ ਜਿਹੜਾ ਦੁੱਖ ਪਹੁੰਚਿਆ ਹੋਵੇਗਾ। ਮੋਦੀ ਦਾ ਵਿਰੋਧ ਕਰਦੇ ਕਰਦੇ ਅੱਜ ਕੇਜਰੀਵਾਲ ਉਹਨਾਂ ਦੇ ਰਾਹ 'ਤੇ ਹੀ ਚੱਲ ਲੱਗ ਰਹੇ ਹਨ, ਇਸ ਵਿੱਚ ਕੋਈ ਦੋ ਰਾਏ ਨਹੀਂ। ਜੇ ਤੁਸੀਂ ਕਿਤਾਬ ਨੂੰ ਪੜ੍ਹੋਗੇ ਤਾਂ ਤੁਹਾਡੇ ਸਾਹਮਣੇ ਸਾਰੀ ਗੱਲ ਆਵੇਗੀ। ਇਲੈਕਸ਼ਨਾਂ ਦੇ ਵਿੱਚ ਮੀਡੀਆ ਦੇ ਦੁਆਰਾ ਆਮ ਆਦਮੀ ਪਾਰਟੀ ਨੂੰ ਖੂਬ ਸਰਾਹਿਆ ਗਿਆ। ਆਮ ਆਦਮੀ ਪਾਰਟੀ ਦਾ ਅਕਸ ਸੀ ਜਿਹੜਾ ਉਹ ਉੱਪਰ ਵੱਲ ਨੂੰ ਚੁੱਕਿਆ ਗਿਆ। ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਮੀਡੀਆ ਦੇ ਕਰਕੇ ਆਮ ਆਦਮੀ ਪਾਰਟੀ ਬਣੀ ਅਤੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਨੀਤੀ ਘੜ ਦਿੱਤੀ ਗਈ ਕਿ ਹਾਂ ਜੇਕਰ ਕੋਈ ਕੁਝ ਕਰ ਸਕਦਾ ਤਾਂ ਉਹ ਕੇਜਰੀਵਾਲ ਹਨ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਰੇ ਕਿਤੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਸਨ ਉਹ ਹਾਰ ਚੁੱਕੇ ਸਨ। ਕੇਵਲ ਪੰਜਾਬ ਦੇ ਵਿੱਚ ਇੱਕ ਹੀ ਸੀਟ ਸਰਦਾਰ ਭਗਵੰਤ ਸਿੰਘ ਮਾਨ ਉਸ ਸਮੇਂ ਬਚਾ ਸਕੇ ਸਨ ਜੋ ਸੰਗਰੂਰ ਦੀ ਸੀਟ ਸੀ। 2014 ਵਿੱਚ ਅਰਵਿੰਦ ਕੇਜਰੀਵਾਲ ਨੇ ਜਿਹੜਾ ਮੰਦਿਰ ਦੇ ਉੱਪਰ ਆਪਣਾ ਜਿਹੜਾ ਬਿਆਨ ਦਿੱਤਾ ਸੀਗਾ ਕਿ ਭਗਵਾਨ ਕਿਸੇ ਵੀ ਮਸਜਿਦ ਨੂੰ ਤੋੜ ਕੇ ਬਣਾਏ ਗਏ ਮੰਦਿਰ ਦੇ ਵਿੱਚ ਨਹੀਂ ਬੈਠਣਗੇ, ਬਲਕਿ ਉਹਨਾਂ ਨੇ ਅਜਿਹਾ ਉਹਨਾਂ ਦੀ ਦਾਦੀ ਤੋਂ ਪੁੱਛਿਆ। ਅਤੇ 2020 ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਮੰਦਿਰ ਦਾ ਐਲਾਨ ਕਦੇ ਵੀ ਕੀਤਾ ਜਾ ਸਕਦਾ ਹੈ, ਉਸ ਦੀ ਜਿਹੜੀ ਨੀਂਹ ਹੈ ਉਹ ਕਦੇ ਵੀ ਰੱਖੀ ਜਾ ਸਕਦੀ ਹੈ। ਵੱਖੋ ਵੱਖਰੇ ਉਹਨਾਂ ਦੇ ਬਿਆਨ ਸਨ। ਤਾਂ ਉਸ ਸਮੇਂ ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਇਲੈਕਸ਼ਨ ਦੇ ਸਮੇਂ ਉਹ ਕਿਸ ਪਾਰਟੀ ਨੂੰ ਵੋਟ ਦੇਣ। ਕਿ ਕੇਜਰੀਵਾਲ ਦੇ ਵੱਖ-ਵੱਖ ਤਰੀਕਿਆਂ ਦੇ ਬਿਆਨ ਵੱਖ-ਵੱਖ ਸਾਲਾਂ ਦੇ ਵਿੱਚ ਲੋਕਾਂ ਨੇ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੇ ਸੀ, ਜੋ ਕਿ ਬਕਾਇਦਾ ਕੇਜਰੀਵਾਲ ਨੇ ਟਵੀਟ ਕੀਤੇ ਗਏ ਸਨ। ਕਦੇ ਉਹ ਮੰਦਿਰ ਦੇ ਹੱਕ ਦੇ ਵਿੱਚ ਬੋਲਦੇ ਅਤੇ ਕਦੇ ਵਿਰੋਧ ਦੇ ਵਿੱਚ ਬੋਲਦੇ, ਕਦੇ ਉਹ ਕਿਸੇ ਮੁੱਦੇ 'ਤੇ ਬੋਲਦੇ ਕਦੇ ਕਿਸੇ ਮੁੱਦੇ 'ਤੇ ਬੋਲਦੇ। ਉਹਨਾਂ ਦੇ ਵਿਚਾਰ ਅਲੱਗੋ-ਅਲੱਗ ਸਨ। ਤਾਂ CAA ਅੰਦੋਲਨ ਜਦੋਂ ਦਿੱਲੀ ਦੇ ਵਿੱਚ ਚੱਲ ਰਿਹਾ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਨੂੰ ਕਿਹਾ ਸੀ ਕਿ ਉਹ ਖੁਦ ਜਿਹੜੀਆਂ ਦਿੱਲੀ ਦੀਆਂ ਉਹ ਸੜਕਾਂ ਕਿਉਂ ਨਹੀਂ ਖਾਲੀ ਕਰਾ ਲੈਂਦੇ ਜਦਕਿ ਉਹਨਾਂ ਦੇ ਅੰਡਰ ਜਿਹੜੀ ਦਿੱਲੀ ਪੁਲਿਸ ਹੈ ਉਹ ਆਉਂਦੀ ਹੈ। ਇੱਥੇ ਕੇਜਰੀਵਾਲ ਦਾ ਕਹਿਣ ਦਾ ਮਤਲਬ ਸੀ ਕਿ ਜੇਕਰ ਉਹਨਾਂ ਦੇ ਅੰਡਰ ਦਿੱਲੀ ਪੁਲਿਸ ਹੁੰਦੀ ਤਾਂ ਹੁਣ ਉਹ ਦਿੱਲੀ ਦੀਆਂ ਜਿਹੜੀਆਂ ਸੜਕਾਂ ਸੀ ਉਹ ਖਾਲੀ ਕਰਾ ਲੈਂਦੇ। CAA ਤੇ ਰਾਮ ਮੰਦਰ, ਕਸ਼ਮੀਰ ਦਾ ਮੁੱਦੇ ਤੇ ਕੇਂਦਰ ਦਾ ਖੁੱਲ੍ਹ ਕੇ ਸਮਰਥਨ ਕਰਨ ਵਾਲੀ ਦਿੱਲੀ ਦੀ ਸਰਕਾਰ
ਜਦੋਂ ਦਿੱਲੀ ਦੇ ਵਿੱਚ ਦੰਗੇ ਭੜਕੇ ਤਾਂ ਬਿਲਕੁਲ ਹੀ ਸ਼ਾਂਤ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਆਪਣੇ ਘਰ ਵਿੱਚ ਬੈਠੇ ਰਹੇ, ਆਪਣੇ ਕਮਰੇ ਵਿੱਚ ਬੰਦ ਰਹੇ। ਲਗਾਤਾਰ 2 ਤੋਂ 3 ਦਿਨਾਂ ਦੇ ਵਿੱਚ 13,200 ਜਿਹੜੇ ਫੋਨ ਕਾਲ ਰਿਕਾਰਡ ਸੀਗੇ ਉਹ ਕੀਤੇ ਗਏ ਕਿ ਦਿੱਲੀ ਦੇ ਮੰਤਰੀਆਂ ਤੇ ਹੋਰ ਜਿੰਨੇ ਵੀ ਦਿੱਲੀ ਦੇ ਨੁਮਾਇੰਦੇ ਅਫਸਰ ਸਰਕਾਰ ਦੇ ਨਾਲ ਸੰਬੰਧਿਤ ਸਨ, ਸਾਰਿਆਂ ਨੂੰ 13,200 ਦੇ ਕਰੀਬ ਉਸ 2 ਦਿਨਾਂ ਦੇ ਵਿੱਚ ਫੋਨ ਗਏ ਕਿ ਦਿੱਲੀ ਦੇ ਵਿੱਚ ਦੰਗੇ ਭੜਕ ਚੁੱਕੇ ਹਨ, ਕਿ ਤੁਸੀਂ ਕੁਝ ਕਰੋ। ਪਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਇਸ ਮਾਮਲੇ ਦੇ ਉੱਪਰ ਪੂਰੀ ਤਰ੍ਹਾਂ ਚੁੱਪ ਬੈਠੇ ਰਹੇ। ਇਹ ਵੀ ਪੂਰੀ ਗੱਲਬਾਤ ਤੁਹਾਨੂੰ ਇਸ ਕਿਤਾਬ ਦੇ ਵਿੱਚ ਮਿਲ ਜਾਵੇਗੀ। ਸੋ ਹੁਣ ਗੱਲ ਕਰ ਲਈ ਆਪਾਂ ਉਹਨਾਂ ਸਮੇਂ ਦੀ ਜਦੋਂ ਕੋਈ ਵੀ ਮੰਤਰੀ ਨਹੀਂ ਸੀ, ਨਾ ਹੀ ਕੇਜਰੀਵਾਲ CM ਸੀਗੇ, ਨਾ ਹੀ ਮੋਦੀ PM ਸੀਗੇ, ਨਾ ਹੀ ਡੋਭਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੀਗੇ। ਤਾਂ 2014 'ਚ ਤਾਂ ਨਾਰਾ ਜ਼ਰੂਰ ਦਿੱਤਾ ਹੀ ਗਿਆ ਸੀ ਕਿ CM ਫੋਰ ਕੇਜਰੀਵਾਲ, PM ਫੋਰ ਨਰਿੰਦਰ ਮੋਦੀ। ਤਾਂ ਉਸ ਤੋਂ ਬਾਅਦ 2015 ਦੇ ਵਿੱਚ ਵੀ ਇਹੀ ਨਾਰਾ ਦੁਬਾਰਾ ਦਿੱਤਾ ਗਿਆ ਸੀਗਾ। ਤਾਂ ਦੇਖਿਆ ਜਾਵੇ ਤਾਂ ਜਦੋਂ ਇਹ ਨਾਰਾ ਦਿੱਤਾ ਗਿਆ ਸੀ ਤਾਂ ਇਹ ਜਿਹੜੇ ਵਿਅਕਤੀ ਸਨ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਮੌਜੂਦ ਸਨ। ਤਾਂ ਉਸ ਸਮੇਂ ਕੋਈ ਵੀ ਕਿਤੇ ਕਿਸੇ ਕੁਰਸੀ ਦੇ ਉੱਪਰ ਮੌਜੂਦ ਨਹੀਂ ਸੀ, ਪਰ ਇਸ ਨਾਰੇ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਕਾਫੀ ਜ਼ਿਆਦਾ ਜਿਹੜਾ ਪ੍ਰਭਾਵ ਪਿਆ। ਭਾਵੇਂ ਇਹ ਉਸ ਸਮੇਂ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਸੀਗਾ, ਪਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ। ਤਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ CM ਦੀ ਕੁਰਸੀ ਦੇ ਉੱਪਰ ਬੈਠੇ, ਤਾਂ ਮੋਦੀ ਕੇਂਦਰ ਦੇ ਵਿੱਚ PM ਦੀ ਕੁਰਸੀ ਦੇ ਉੱਪਰ ਬੈਠੇ ਤੇ ਡੋਭਾਲ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾ ਦਿੱਤਾ ਗਿਆ। ਦਿੱਲੀ ਦੰਗਿਆਂ ਦੀ ਅੱਗ ਦੇ ਸਮੇਂ ਇਹ ਸਾਰੇ ਆਪਣੀ ਆਪਣੀ ਥਾਂ ਤੇ ਮੌਜੂਦ ਸੀਗੇ। ਸੋ ਕਰਨਾਟਕ ਵਿੱਚ ਜਦੋਂ ਮੰਚ ਸਾਂਝਾ ਕੀਤਾ ਗਿਆ 2018 ਦੇ ਵਿੱਚ, ਤਾਂ ਅਰਵਿੰਦ ਕੇਜਰੀਵਾਲ ਦੇ ਉੱਪਰ ਸਵਾਲ ਖੜੇ ਕੀਤੇ ਗਏ। ਤਾਂ ਸ਼ਰਦ ਪਵਾਰ ਦੇ ਨਾਲ ਉਹਨਾਂ ਨੇ ਮੰਚ ਸਾਂਝਾ ਕੀਤਾ ਸੀ। ਉਹਨਾਂ ਨੂੰ ਭ੍ਰਿਸ਼ਟਾਚਾਰ ਨੇਤਾਵਾਂ ਦੀ ਸੂਚੀ ਵਿੱਚ ਅਰਵਿੰਦ ਕੇਜਰੀਵਾਲ ਨੇ ਰੱਖਿਆ ਸੀ। ਤਾਂ ਦੂਜੇ ਪਾਸੇ ਜਦੋਂ ਕੇਜਰੀਵਾਲ ਨੇ ਮਮਤਾ ਬੈਨਰਜੀ ਦੀ ਰੈਲੀ ਦੇ ਵਿੱਚ ਮੰਚ ਸਾਂਝਾ ਕੀਤਾ ਸੀ ਜਿਸ ਵਿਅਕਤੀ ਦੇ ਨਾਲ, ਤਾਂ ਉਸ ਨੂੰ ਵੀ ਕੇਜਰੀਵਾਲ ਨੇ ਭ੍ਰਿਸ਼ਟ ਨੇਤਾ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਸੀ। ਤਾਂ ਜੇ ਕੇਜਰੀਵਾਲ ਨੇ ਕਦੇ ਮੋਦੀ ਦੀ ਥਾਂ ਲੈ ਲਈ ਤਾਂ ਹੁਣ ਉੱਥੇ ਸਵਾਲ ਇਹੀ ਉੱਠ ਜਾਂਦਾ ਹੈ ਕਿ ਜੇਕਰ ਕੇਜਰੀਵਾਲ ਨੇ ਕਦੇ ਮੋਦੀ ਦੀ ਥਾਂ ਲਈ ਤਾਂ ਜਨਤਾ 'ਤੇ ਕੀ ਅਸਰ ਪਵੇਗਾ। ਸੋ ਇਸ 'ਤੇ ਲੇਖਕ ਕਹਿੰਦਾ ਹੈ ਕਿ ਨਏ ਕਿਰਦਾਰ ਆਤੇ ਜਾ ਰਹੇ ਹੈ, ਮਗਰ ਨਾਟਕ ਪੁਰਾਣਾ ਚੱਲ ਰਿਹਾ ਹੈ। ਜਾਣੀ ਕਿ ਜਿਹੜੀਆਂ ਨੀਤੀਆਂ ਨੇ ਉਹ ਪੁਰਾਣੀਆਂ ਹੀ ਚੱਲ ਰਹੀਆਂ ਹਨ। ਭਾਵੇਂ ਜਿੰਨੇ ਮਰਜ਼ੀ ਨਵੇਂ ਕਿਰਦਾਰ ਆ ਜਾਣ, ਦੇਸ਼ ਦਾ ਹਾਲ ਉਹੀ ਰਹਿਣਾ ਹੈਗਾ। ਸੋ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨਾ ਚਿਰ ਰਹੇਗੀ ਉਨਾ ਚਿਰ ਉੱਪਰ ਸੈਂਟਰ ਦੇ ਵਿੱਚ ਮੋਦੀ ਸਰਕਾਰ ਰਹੇਗੀ। ਇਹ ਮਾਹਿਰਾਂ ਦਾ ਮੰਨਣਾ ਹੈ, ਬੁੱਧੀਜੀਵੀਆਂ ਦਾ ਇਸ ਨੂੰ ਮੰਨਣਾ ਹੈ ਕਿ ਜਿੰਨਾ ਚਿਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰਹੇਗੀ ਉਨਾ ਚਿਰ ਸੈਂਟਰ ਦੇ ਵਿੱਚ ਮੋਦੀ ਨੂੰ ਕੋਈ ਨਹੀਂ ਹਿਲਾ ਸਕਦਾ। ਸੋ ਕਾਂਗਰਸ ਦੀ ਵਾਪਸੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਦੋਂ ਕਾਂਗਰਸ ਵਾਪਸੀ ਕਰ ਸਕਦੀ ਹੈ? ਜੇਕਰ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਸਹੀ ਢੰਗ ਨਾਲ ਚੱਲੇ ਅਤੇ ਲੋਕਾਂ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਚੱਕੇ, ਇਹਨਾਂ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜੇ, ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਵਾਪਸੀ ਕਰ ਜਾਵੇਗੀ ਅਤੇ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਕਾਰ ਹੋਵੇਗਾ। ਸੋ ਸਵਾਲਾਂ 'ਤੇ ਲੜਨਾ ਕੇਜਰੀਵਾਲ ਦਾ ਅਕਸਰ ਹੀ ਰਿਹਾ ਹੈ। ਭੜਕਦੇ ਰਹੇ ਹਨ ਕੇਜਰੀਵਾਲ ਜਦੋਂ ਉਹਨਾਂ ਤੋਂ ਸਵਾਲ ਪੁੱਛਦੇ, ਕੋਈ ਵੀ ਵਰਕਰ ਪੁੱਛਦਾ ਰਿਹਾ, ਪਾਰਟੀ ਦਾ ਨੁਮਾਇੰਦਾ ਪੁੱਛਦਾ ਰਿਹਾ, ਚਾਹੇ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਗਏ, ਤਾਂ ਅਕਸਰ ਹੀ ਕੇਜਰੀਵਾਲ ਭੜਕਦੇ ਦੇਖੇ ਗਏ ਹਨ। ਕੇਜਰੀਵਾਲ ਨੂੰ ਇੱਕ ਗੁੱਸੇ ਵਾਲਾ ਇਨਸਾਨ ਕਿਹਾ ਗਿਆ ਹੈ ਕਿ ਉਹ ਬਹੁਤ ਜ਼ਿਆਦਾ ਗੁੱਸੇ ਵਾਲੇ ਇਨਸਾਨ ਹਨ, ਅਕਸਰ ਹੀ ਬਹੁਤ ਜਲਦੀ ਗੱਲ 'ਤੇ ਭੜਕ ਜਾਂਦੇ ਹਨ। ਇੱਕ ਗੱਲਬਾਤ ਵਿੱਚ ਕੇਜਰੀਵਾਲ ਦੀ ਗੱਲ ਦਿੱਤੀ ਗਈ ਹੈ ਕਿ ਉਹਨਾਂ ਨੇ ਜਦੋਂ ਕਿਹਾ ਸੀ ਕਿ ਉਹਨਾਂ ਦਾ ਕੋਈ ਯਾਰ ਦੋਸਤ, ਕੋਈ ਮਿੱਤਰ ਨਹੀਂ ਹੈ, ਤਾਂ ਉਹਨਾਂ ਦੇ ਲਈ ਕੇਵਲ ਇਹ ਪਾਰਟੀ ਹੀ ਸਭ ਕੁਝ ਹੈ। ਸੋ ਉੱਥੇ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਹੈ ਅਤੇ ਕੇਜਰੀਵਾਲ ਆਮ ਆਦਮੀ ਪਾਰਟੀ ਹੈ, ਬਲਕਿ ਦੂਸਰਾ ਕੋਈ ਇਸ ਪਾਰਟੀ ਦੇ ਉੱਪਰ ਆਪਣੀ ਸੱਤਾ ਕਾਇਮ ਨਹੀਂ ਕਰ ਸਕਦਾ। ਅਰਵਿੰਦ ਕੇਜਰੀਵਾਲ ਕਦੇ ਵੀ ਦੁਬਾਰੇ ਪਿੱਛੇ ਮੁੜ ਕੇ ਨਹੀਂ ਦੇਖਦੇ, ਬਲਕਿ ਉਹ ਅੱਗੇ ਵੱਲ ਨੂੰ ਦੇਖਦੇ ਹਨ। ਚਾਹੇ ਪਿੱਛੇ ਉਹਨਾਂ ਨੂੰ ਕਿਸੇ ਰਾਜ ਨੇ ਕਿੰਨੀਆਂ ਵੋਟਾਂ ਦਿੱਤੀਆਂ ਹੋਣ, ਕਿੰਨੀ ਸਹਾਇਤਾ ਦਿੱਤੀ ਹੋਵੇ, ਕਿਸੇ ਰਾਜ ਨੇ ਉਹਨਾਂ ਦੇ ਲਈ ਕੀ ਕੁਛ ਕਰਿਆ ਹੋਵੇ, ਤਾਂ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਚਾਹੇ ਬਨਾਰਸ ਵਿੱਚ ਦੁਬਾਰਾ ਉਹ ਕਦੇ ਨਹੀਂ ਗਏ, ਭਾਵੇਂ ਕਿ ਲੋਕਾਂ ਨੇ ਵੱਡੀ ਗਿਣਤੀ ਵਿੱਚ
ਉਹਨਾਂ ਨੂੰ ਵੋਟਾਂ ਪਾਈਆਂ ਸੀ, ਲੋਕ ਉਹਨਾਂ ਨੂੰ ਚਾਹੁਣ ਲੱਗੇ ਸੀ, ਪਰ ਉਹਨਾਂ ਨੇ ਉਹਨਾਂ ਲੋਕਾਂ ਦਾ ਦਿਲ ਤੋੜਿਆ, ਦਿਲ ਦਿਖਾਇਆ। ਜਿੰਨੇ ਵੀ ਵਰਕਰ ਉੱਥੇ ਕੰਮ ਕਰਦੇ ਸਨ, ਜਿਨ੍ਹਾਂ ਦੇ ਘਰੇ ਅਰਵਿੰਦ ਕੇਜਰੀਵਾਲ ਠਹਿਰੇ ਸਨ, ਭਾਵੇਂ ਕਿ 150-200 ਵਰਕਰਾਂ ਨੂੰ ਡੇਲੀ ਦਾ ਖਾਣਾ ਖਵਾਉਣਾ ਉਸ ਵਿਅਕਤੀ ਦੇ ਲਈ ਮੁਮਕਿਨ ਨਹੀਂ ਸੀ, ਪਰ ਫਿਰ ਵੀ ਉਹਨਾਂ ਵਿਅਕਤੀਆਂ ਵੱਲੋਂ ਅਜਿਹਾ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਦੁਬਾਰਾ ਵਾਪਸ ਮੁੜ ਕੇ ਉਸ ਜਗ੍ਹਾ ਦੇ ਉੱਪਰ ਕਦੇ ਨਹੀਂ ਗਏ, ਬਲਕਿ ਆਪਣਾ ਪੂਰਾ ਧਿਆਨ ਹੀ ਉਹਨਾਂ ਨੇ ਦਿੱਲੀ ਦੇ ਵਿੱਚ ਕੇਂਦਰਿਤ ਕਰ ਦਿੱਤਾ। ਹੁਣ ਅਰਵਿੰਦ ਕੇਜਰੀਵਾਲ ਇਹ ਜਿਹੜੇ ਤੁਸੀਂ ਸੋਚਦੇ ਹੋ ਜਿਹੜੇ ਕੰਮ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ, ਕਿਉਂਕਿ ਇੱਕ ਹਿਸਾਬ ਨਾਲ ਦੇਖਿਆ ਜਾਵੇ ਤਾਂ ਜਿਵੇਂ ਮੋਦੀ ਦਾ ਗੁਜਰਾਤ ਮਾਡਲ ਸੀ ਤਾਂ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਲੋਕਾਂ ਦੇ ਸਾਹਮਣੇ ਹੈ। ਵੱਖ-ਵੱਖ ਰਾਜਾਂ ਵਿੱਚ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਕਿ ਅਸੀਂ ਦਿੱਲੀ ਮਾਡਲ ਲਾਗੂ ਕਰਾਂਗੇ। ਪੰਜਾਬ ਵਿੱਚ, ਉੱਤਰਾਖੰਡ, ਉੱਤਰ ਪ੍ਰਦੇਸ਼, ਗੋਆ, ਹੋਰ ਜਿੰਨੇ ਵੀ ਰਾਜਾਂ ਵਿੱਚ ਇਲੈਕਸ਼ਨ ਹੋਇਆ ਤਾਂ ਉੱਥੇ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਕਿ ਦਿੱਲੀ ਮਾਡਲ ਨੂੰ ਲਾਗੂ ਕੀਤਾ ਜਾਵੇਗਾ। ਤਾਂ ਜਿਵੇਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਗੁਜਰਾਤ ਮਾਡਲ ਨੂੰ ਦੇਸ਼ ਵਿੱਚ ਲੈ ਕੇ ਆਉਣਗੇ, ਤਾਂ ਇਸ ਤਰ੍ਹਾਂ ਹੌਲੀ ਹੌਲੀ 1-2 ਪੌੜੀਆਂ ਚੜ੍ਹਦੇ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਦੇ ਪਦ ਤੱਕ ਪਹੁੰਚਣਾ ਚਾਹੁੰਦੇ ਹਨ। ਤਾਂ ਕਰਕੇ ਹੌਲੀ ਹੌਲੀ ਜਿੰਨੇ ਉਹ ਕੰਮ ਨੇ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਕਰਦੇ ਜਾ ਰਹੇ ਹਨ। ਪਰ ਅਰਵਿੰਦ ਕੇਜਰੀਵਾਲ ਦੀ ਨੀਤੀ ਦੇ ਉੱਪਰ ਜਿਹੜੇ ਬੁੱਧੀਜੀਵੀ ਹਨ, ਉਹਨਾਂ ਦੇ ਨਾਲ ਰਹੇ ਲੋਕ ਹਨ, ਉਹਨਾਂ ਨੂੰ ਸੰਦੇਹ ਜ਼ਰੂਰ ਹੁੰਦਾ ਹੈ ਕਿ ਆਖਿਰਕਾਰ ਕਦੋਂ ਜਿਹੜੀ ਆਮ ਆਦਮੀ ਪਾਰਟੀ ਹੈ ਜਿਸ ਨੇ 10 ਸਾਲਾਂ ਦੇ ਵਿੱਚ ਇੰਨੀਆਂ ਗੜਬੜਾਂ ਕੀਤੀਆਂ, ਹੁਣ ਆਉਣ ਵਾਲੇ ਸਮੇਂ 'ਚ ਇਹ ਪਾਰਟੀ ਕੀ ਕਰੇਗੀ। ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ ਕਿ ਆਖਿਰਕਾਰ ਦੇਸ਼ ਦਾ ਆਉਣ ਵਾਲੇ ਸਮੇਂ 'ਚ ਭਵਿੱਖ ਕੀ ਹੋਵੇਗਾ, ਕਿ ਕਦੇ ਆਮ ਆਦਮੀ ਪਾਰਟੀ ਜਿੱਥੇ ਅੱਜ ਭਾਜਪਾ ਹੈ ਉੱਥੇ ਅਰਵਿੰਦ ਕੇਜਰੀਵਾਲ ਜਗ੍ਹਾ ਉੱਥੇ ਲੈ ਸਕਣਗੇ। ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਭਵਿੱਖ ਕੀ ਰਹਿੰਦਾ ਹੈ। ਸੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਜੇਕਰ ਕੁਝ ਜਾਣਕਾਰੀ ਦੀ ਕਮੀ ਰਹਿ ਗਈ ਹੋਵੇ ਤਾਂ ਇੱਕ ਵਾਰ ਇਹ ਕਿਤਾਬ ਤੁਸੀਂ ਜ਼ਰੂਰ ਪੜ੍ਹੋ। 150-200 ਪੰਨਿਆਂ ਦੀ ਕਿਤਾਬ ਦੇ ਵਿੱਚ ਤੁਹਾਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਅਕਸ਼ ਹੈ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਕੀ ਹੈ ਅਤੇ ਇਹ ਪਾਰਟੀ ਕਿਹੜੀ ਨੀਤੀ ਨੂੰ ਲੈ ਕੇ ਚੱਲ ਰਹੀ ਹੈ।